Hello students, today in this video we will continue the chapter The Barbers Trade Union. In the previous video we had completed half of the chapter and today we will complete the chapter. The chapter The Barbers Trade Union, this has been written by Mulk Raj Anand as we had discussed in the previous video. If you haven't watched the first video then you should watch first video and then you should come on that video. Only then you will understand. ਬੇਟਾ ਅਗਰ ਤੁਸੀਂ ਪਹਿਲੀ ਵੀਡੀਓ ਨਹੀਂ ਦੇਖੀ ਤਾਂ ਪਹਿਲੇ ਫਸਟ ਵੀਡੀਓ ਦੇਖੋ ਫਿਰ ਸੈਕਿੰਡ ਪਾਰਟ ਦੇਖੋ ਤਾਂ ਜੋ ਤੁਹਾਨੂੰ ਲੈਸਨ ਜੋ ਹੈ ਅੱਛੀ ਤਰ੍ਹਾਂ ਕਲੀਅਰ ਹੋ ਜੇ ਬਾਰਬਰਸ ਟ੍ਰੇਡ ਯੂਨੀਅਨ ਬਾਰਬਰ ਜੋ ਹੈ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਨਾਈ ਹੁੰਦਾ ਤੇ ਇਹ ਨਾਈ ਦੀ ਯੂਨੀਅਨ ਦੀ ਗੱਲ ਹੋ ਰਹੀ ਹੈ ਇਨ ਦਿਸ ਚੈਪਟਰ ਵੀ ਆਰ ਟਾਕਿੰਗ ਅਬਾਊਟ ਅ ਬॉय ਹੁਜ਼ ਨੇਮ ਇਜ਼ ਚੰਦੂ ਇੱਕ ਲੜਕਾ ਜਿਹਦਾ ਨਾਮ ਚੰਦੂ ਹੈ ਹਾਊ ਡਜ਼ ਹੀ ਵਰਕ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਐਂਡ ਹਾਊ what is his contribution towards modern India ਦੇ ਵਿੱਚ ਉਹਦਾ ਕੀ contribution ਹੈ ਇਹ ਜਿਹੜਾ ਲੈਸਨ ਹੈ this lesson is situated in 1944 ਇਹ 1944 ਦਾ ਲੈਸਨ ਹੈ ਉਸ ਸਮੇਂ ਦੀ ਜਿਹੜੀ ਹੈ social conditions ਦਿਖਾਉਂਦਾ ਹੈ the lesson presents the social conditions of India at the time in 1944 at the time before independence. Okay, so in this video we will try to complete the chapter today. ਪਹਿਲੇ ਵਾਲੀ ਵੀਡੀਓ 'ਚ ਬੇਟਾ ਅਸੀਂ ਜਿਹੜਾ ਕੀਤਾ ਸੀ ਵੀ ਵਰ ਟਾਕਿੰਗ ਅਬਾਊਟ ਚੰਦੂ ਕਿ ਚੰਦੂ ਨੇ ਜਿਹੜਾ ਅਸੀਂ ਦੇਖਿਆ ਸੀ ਕਿ ਕੱਪੜੇ ਜਿਹੜਾ ਹੈ ਕੱਲਾ ਖਾਨ ਡੈਂਟਿਸਟ ਵਰਗੇ ਪਾਲੇ ਸੀ ਅਤੇ ਉਹ ਜਿਹੜਾ ਹੈ ਕਿਸੇ ਜ਼ਿਮੀਦਾਰ ਦੇ ਘਰ ਜ਼ਿਮੀਦਾਰ ਜਿਹੜਾ ਹੈ ਲੈਂਡਲੋਰਡ ਵਿਜੇ ਚੰਦ ਦੇ ਘਰ ਗਿਆ ਸੀ ਤਾਂ ਉਹਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਐਂਡ ਉਹਨਾਂ ਦਾ ਜਿਹੜਾ ਬੇਟਾ ਹੈ ਦੇਵੀ ਉਹ ਉਹਨੂੰ ਦੇਖ ਕੇ ਕਾਫੀ ਕਲੈਪ ਕਰ ਰਿਹਾ ਸੀ ਅਤੇ ਅਸੀਂ ਦੇਖਿਆ ਇਸ ਲੈਸਨ ਦੇ ਵਿੱਚ ਉਹਦਾ ਇੱਕ ਦੋਸਤ ਹੈ ਜਿਹੜਾ ਉਹਨੂੰ ਹਰ ਵੇਲੇ ਐਨਕਰੇਜ ਕਰਦਾ ਰਹਿੰਦਾ ਨੈਰੇਟਰ ਇਜ਼ ਹਿਜ਼ ਫਰੈਂਡ ਤਾਂ ਅਸੀਂ ਕਰ ਰਹੇ ਸੀ ਕਿ ਫਿਰ ਉਹ ਜਦੋਂ ਉਹਨੂੰ ਵੀ ਵਰ ਹੇਅਰ ਓਨਲੀ ਤਾਂ ਜਦੋਂ ਉਹਨੂੰ ਕੱਢ ਦਿੱਤਾ ਗਿਆ ਸੀ ਚੰਦੂ ਰਿਟਰਨਡ ਉਹ ਵਾਪਿਸ ਆ ਗਿਆ ਸੀ ਹਿਸ ਫੇਸ ਵਾਸ ਫਲਸ਼ਡ ਉਹ ਸ਼ਰਮਾ ਰਿਹਾ ਸੀ ਹੀ ਵਾਸ ਕੰਪਲੀਟਲੀ ਟੇਕਨ ਅਬੈਕ ਉਹ ਪੂਰੀ ਤਰ੍ਹਾਂ ਹੈਰਾਨ ਸੀ ਕਿ ਇੱਥੋਂ ਆਪਾਂ ਕਰ ਰਹੇ ਹਾਂ ਸ਼ੁਰੂ ਵੈਸੇ ਵੀ ਹੈਡ ਡਨ ਦਿਸ ਬਟ ਫॉर ਰੀਕੈਪ ਵੀ ਆਰ ਡੂਇੰਗ ਦਿਸ He was completely taken aback. ਉਹ ਪੂਰੀ ਤਰ੍ਹਾਂ ਹੈਰਾਨ ਸੀ he didn't look at me because of the shame he felt at being insulted before me whose hero he knew was. ਤਾਂ ਰਾਈਟਰ ਕਹਿ ਰਿਹਾ ਕਿ ਉਹਨੇ ਸ਼ਰਮ ਕੋਲੋਂ ਮੇਰੇ ਕੋਲ ਦੇਖਿਆ ਵੀ ਨਹੀਂ ਮੇਰੇ ਵੱਲ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਉਹਦੀ ਇਨਸਲਟ ਹੋ ਗਈ ਸੀ ਉਹਦੇ ਸਾਹਮਣੇ ਜਿਹਦਾ ਉਹ ਹੀਰੋ ਸੀ ਕਿਉਂਕਿ ਨੈਰੇਟਰ ਲਈ ਉਹ ਹੀਰੋ ਹੈ ਅਸੀਂ ਪਹਿਲੇ ਵੀ ਦੇਖਿਆ ਕਿਉਂਕਿ ਜਿਹੜਾ ਚੰਦੂ ਹੈ ਉਹ ਥੋੜ੍ਹੇ ਸਾਹਸਿਕ ਕੰਮ ਕਰਦਾ ਹਿੰਮਤ ਵਾਲੇ ਕੰਮ ਕਰਦਾ ਜਿਹੜੇ ਕਿ ਨੈਰੇਟਰ ਨਹੀਂ ਕਰ ਸਕਦਾ ਤਾਂ ਉਹਦੇ ਲਈ ਉਹ ਉਹਦਾ ਹੀਰੋ ਹੈ and he rushed towards the shop of just a minute all right he was completely taken aback he didn't look at me because of the shame he felt at being insulted before me whose hero he knew he was and he rushed towards the shop of Thanuram तो किसी शॉप के कोल चला गया Thanuram दी the saukar of the village who kept a grocery store at the corner of the lane ਤਾਂ ਸ਼ਾਹੂਕਾਰ ਦੀ ਸ਼ੌਪ 'ਤੇ ਗਿਆ ਅਸੀਂ ਦੇਖਿਆ ਕਿ ਉੱਥੇ ਵੀ ਉਹਨੂੰ ਜਿਹੜਾ ਹੈ ਉਹਦੇ ਨਾਲ ਕੋਈ ਅੱਛਾ ਟਰੀਟਮੈਂਟ ਨਹੀਂ ਹੋਇਆ ਉੱਥੋਂ ਵੀ ਉਹਨੂੰ ਕੱਢ ਦਿੱਤਾ ਗਿਆ ਦਿਸ ਵੀ ਹੈਡ ਡਨ ਨਾਓ ਵੀ ਕਮ ਟੂ ਕਿ ਅਸੀਂ ਦੇਖਿਆ ਕਿ ਚੰਦੂ ਨੂੰ ਜਦੋਂ ਇਸ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਹੀ ਵਾਜ਼ ਡਿਸਟਰਬਡ ਹੈ ਨਾ ਤਾਂ ਉੱਥੋਂ ਚਲਾ ਗਿਆ ਤਾਂ ਉਹ ਤਾਂ ਡਿਸਟਰਬ ਸੀ ਉਹਦਾ ਜਿਹੜਾ ਫਰੈਂਡ ਹੈ ਨੈਰੇਟਰ ਉਹ ਰਾਈਟਰ ਨੈਰੇਟਰ ਇਜ਼ ਸੇਇੰਗ ਦੇਖੋ ਆਪਾਂ ਇੱਥੋਂ ਕਰਾਂਗੇ बट आई वॉज वेरी डिस्टर्ब अबाउट चंदूज फेट ऑल डे वो भी बहुत डिस्टर्ब से ऑन माई वे बैक फ्रॉम स्कूल आई कॉल्ड इट इन एट द होवल वेयर ही लिव्ड ਉਹਦੇ ਹੋਵਲ 'ਚ ਗਿਆ ਹੋਵਲ ਕੀ ਹੁੰਦਾ ਕੈਟਲ ਸ਼ੈੱਡ ਜਿੱਥੇ ਇੱਕ ਸ਼ੈੱਡ ਦੇ ਵਿੱਚ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਉਸ ਸ਼ੈੱਡ ਦੇ ਵਿੱਚ ਉਹ ਗਿਆ ਵੇਅਰ ਹੀ ਲਿਵਡ ਵਿਦ ਹਿਜ਼ ਮਦਰ ਜਿੱਥੇ ਉਹਦੀ ਮਦਰ ਨਾਲ ਉਹ ਰਹਿੰਦਾ ਸੀ ਹਿਜ਼ ਮਦਰ ਵਾਜ਼ ਵੈਲ ਨੋਨ ਫॉर ਕੰਟੈਕਰਸ ਓਲਡ ਵੂਮਨ ਉਹਦੀ ਮਾਂ ਜਿਹੜੀ ਹੈ ਕੰਟੈਕਰਸ ਸੀ ਕੰਟੈਕਰਸ ਕੀ ਹੁੰਦਾ ਲੜਾਈ ਕਰਨ ਵਾਲੀ ਪਲਸਮ because she a low caste woman dared to see the upper caste people as they never dared to see themselves ਕਿਉਂਕਿ ਉਹ upper caste ਲੋਕਾਂ ਨੂੰ ਉਸ ਤਰੀਕੇ ਨਾਲ ਦੇਖਦੀ ਸੀ ਜਿਸ ਤਰੀਕੇ ਨਾਲ ਹੋਰ ਕੋਈ ਵੀ ਉਹਨਾਂ ਨੂੰ ਨਹੀਂ ਦੇਖਦਾ ਸੀ ਉਹ ਖੁਦ ਵੀ ਆਪਣੇ ਆਪ ਨੂੰ ਉਸ ਤਰੀਕੇ ਨਾਲ ਨਹੀਂ ਸਮਝਦੇ ਸੀ she was always very kind to me ਮੇਰੇ ਨਾਲ ਹਮੇਸ਼ਾ ਬਹੁਤ ਕਾਈਂਡ ਸੀ though she spoke to me too in a bantering manner ਥੋੜ੍ਹਾ ਜਿਹਾ ਉਹਦੇ ਨਾਲ ਵੀ ਉਹ ਕਹਿੰਦੇ ਮੇਰੇ ਨਾਲ ਵੀ ਥੋੜ੍ਹਾ ਜਿਹਾ bantering manner ਲੜ ਕੇ ਹੀ ਬੋਲਦੀ ਸੀ which she had acquired through the suffering and humiliations of 60 odd years ਉਸ ਦਾ ਇਸ ਤਰੀਕੇ ਨਾਲ ਲੜਨ ਵਾਲਾ ਜਿਹੜਾ ਤਰੀਕਾ ਹੈ ਉਹ ਕਿਉਂ ਸੀ
ਕਿਉਂਕਿ ਪਿਛਲੇ 60 ਸਾਲਾਂ ਤੋਂ ਜਿਹੜੀ ਹੈ ਇਨਸਲਟ ਬਰਦਾਸ਼ਤ ਕਰ ਰਹੀ ਸੀ, ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ, ਤਾਂ ਉਸ ਕਰਕੇ ਜਿਹੜਾ ਹੈ ਉਹਦਾ ਤਰੀਕਾ ਹੀ ਜਿਹੜਾ ਇਸ ਤਰ੍ਹਾਂ ਹੋ ਗਿਆ ਸੀ ਕਿ ਉਹ ਸਭ ਨਾਲ ਲੜਦੀ ਰਹਿੰਦੀ ਸੀ। ਸ਼ੀ ਹੈਡ ਗੋਟ ਫਰਸਟ੍ਰੇਟਡ। Turning to me, she said, well, you have come, have you, to look for your friend? ਕਿ ਤੂੰ ਆਪਣੇ ਦੋਸਤ ਨੂੰ ਲੱਭਣ ਆਇਆ? If your mother knew that you were here, she would scratch my eyes out for casting my evil eye on your sweet face. ਕਹਿੰਦੇ ਜੇ ਮੈਨੂੰ ਤੇਰੀ ਮਾਂ ਨੂੰ ਪਤਾ ਲੱਗ ਗਿਆ ਨਾ ਤੂੰ ਇੱਥੇ ਆਇਆ ਤਾਂ ਉਹ ਮੈਨੂੰ ਤੇ ਮੇਰੀ ਅੱਖਾਂ ਬਾਹਰ ਕੱਢ ਦੇਗੀ ਕਿ ਮੈਂ ਤੈਨੂੰ ਨਜ਼ਰ ਲਾਤੀ। ਐਂਡ ਯੂ ਦੇਖੋ ਆਪਾਂ ਇਹ ਉਹਨੇ ਕੀ ਐਕਸਪ੍ਰੈਸ਼ਨ ਯੂਜ਼ ਕੀਤਾ, ਕਾਸਟਿੰਗ ਮਾਈ ਈਵਲ ਆਈ। ਨਜ਼ਰ ਲਾਉਣ ਦੀ ਇੰਗਲਿਸ਼ ਬੇਟਾ ਕੀ ਹੁੰਦੀ ਹੈ? ਆਪਾਂ ਬਹੁਤ ਆਮ ਹੀ ਇਹ ਸੈਂਟੈਂਸ ਯੂਜ਼ ਕਰਦੇ ਹਾਂ ਕਿ ਇਹਨੂੰ ਨਜ਼ਰ ਲੱਗ ਗਈ, ਤਾਂ ਇਹਦੀ ਆਪਾਂ ਕੀ ਇੰਗਲਿਸ਼ ਬੋਲਾਂਗੇ, ਕਿਵੇਂ ਬੋਲਾਂਗੇ? ਹਾਊ ਵੀ ਵਿਲ ਐਕਸਪ੍ਰੈਸ ਦਿਸ ਦੈਟ ਹੀ ਹੈਜ਼ ਗॉट ਐਨ ਈਵਲ ਆਈ। ਤੇ ਨਜ਼ਰ ਲਾਉਣਾ ਕਾਸਟ ਐਨ ਈਵਲ ਆਈ, ਠੀਕ ਹੈ। ਅੱਛਾ, ਨਜ਼ਰ ਉਤਾਰਨ ਦੀ ਕੀ ਹੋਏਗੀ ਬੇਟਾ? ਫਿਰ ਕਾਸਟ ਆਫ। ਨਜ਼ਰ ਉਤਾਰਨ ਦੀ ਕੀ ਹੋਏਗੀ? ਕਾਸਟ ਆਫ। ਇਸ ਤਰ੍ਹਾਂ ਤੁਸੀਂ ਲਿਖੋਗੇ ਕਾਸਟ ਆਫ, ਠੀਕ ਹੈ। ਤਾਂ ਇਹ ਨਜ਼ਰ ਉਤਾਰਨ ਦੀ ਇੰਗਲਿਸ਼ ਹੈ। ਨਜ਼ਰ ਲਾਉਣ ਦੀ ਕੀ ਹੈ? ਨਜ਼ਰ ਲਾਉਣ ਦੀ ਹੈ, ਨਜ਼ਰ ਲਾਉਣ ਦੀ ਇੰਗਲਿਸ਼ ਕੀ ਹੈ ਬੇਟਾ? ਕਾਸਟ ਔਨ। ਕਾਸਟ ਔਨ, ਕਾਸਟ ਔਨ ਐਨ ਇਵਿਲ ਆਈ। So, and you, are you as innocent as you look, or are you a sneaking little hypocrite like the rest of your lot? ਕਹਿੰਦੇ ਤੂੰ ਵਾਕਈ ਓਨਾ ਇਨੋਸੈਂਟ ਹੈ ਜਿਵੇਂ ਤੂੰ ਲੱਗਦਾ ਹੈ, ਭੋਲਾ ਹੈ, ਜਾਂ ਤੂੰ ਵੀ ਆਪਣੇ ਜਿਹੜੀ ਤੇਰੀ ਜਾਤੀ ਦੇ ਲੋਕ ਨੇ ਹੋਰ ਉਹਨਾਂ ਵਰਗਾ ਹੀ ਹਿਪੋਕਰੇਟ ਹੈ, ਮਤਲਬ ਪਖੰਡੀ ਹੈ। ਵੇਅਰ ਇਜ਼ ਚੰਦੂ ਦੈਨ ਮਦਰ ਆਈ ਸੈਡ। ਉਹਨੇ ਉਸਦੀ ਗੱਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਉਹਨੇ ਪੁੱਛਿਆ ਨੈਰੇਟਰ ਨੇ ਕਿ ਚੰਦੂ ਕਿੱਥੇ ਹੈ? I don't know, son, she said now in a sincere, simple manner. ਹੁਣ ਉਹਨੇ ਪਿਆਰ ਨਾਲ ਕਿਹਾ ਕਿ ਮੈਨੂੰ ਨਹੀਂ ਪਤਾ। He went up town way and says he earned some money shaving people on the roadside. ਕਿ ਉਹ ਸ਼ਹਿਰ ਗਿਆ ਥੋੜੇ ਲੋਕਾਂ ਦੀ ਸ਼ੇਵ ਕਰਕੇ ਪੈਸੇ ਕਮਾਏਗਾ। I don't know what he is up to. ਮੈਨੂੰ ਨਹੀਂ ਪਤਾ ਉਹ ਕੀ ਕਰਨ ਵਾਲਾ ਹੈ। I don't think he ought to annoy the clients his father served. ਕਹਿੰਦੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਕਲਾਇੰਟਸ ਨੂੰ ਜਿਹੜੀ ਹੈ ਉਹਨਾਂ ਗ੍ਰਾਹਕ ਨੇ, ਕਲਾਇੰਟਸ ਮੀਨਸ ਜਿਹਨੂੰ ਆਪਾਂ ਗ੍ਰਾਹਕ ਕਹਿ ਦਿੰਦੇ ਹਾਂ, ਕਸਟਮਰਸ ਨੂੰ ਉਹਨੂੰ ਖਰਾਬ ਕਰਨਾ ਚਾਹੀਦਾ ਜਿਨ੍ਹਾਂ ਦੀ ਸੇਵਾ ਉਹਦੇ ਪਾਪਾ ਕਰਦੇ ਸੀ। ਹੀ ਇਜ਼ ਅ ਚਾਈਲਡ ਐਂਡ ਗੈਟਸ ਫਨੀ ਨੋਸ਼ਨਸ ਇਨ ਟੂ ਹਿਜ਼ ਹੈਡ। ਕਹਿੰਦਾ ਉਹ ਇੱਕ ਬੱਚਾ ਹੀ ਹੈ, ਉਹਦੇ ਦਿਮਾਗ 'ਚ ਜਿਹੜਾ ਫਨੀ ਖਿਆਲ ਆਉਂਦੇ ਰਹਿੰਦੇ ਨੇ। ਨੋਸ਼ਨ ਕੀ ਹੁੰਦਾ? ਆਈਡੀਆ। ਐਂਡ ਦੇ ਆਰ ਨਾਟ ਟੂ ਬੀ ਐਂਗਰੀ ਵਿਦ ਹਿਮ। ਅਤੇ ਉਹਨਾਂ ਨੂੰ ਉਹਦੇ ਨਾਲ ਗੁੱਸਾ ਨਹੀਂ ਕਰਨਾ ਚਾਹੀਦਾ। ਹੀ ਇਜ਼ ਓਨਲੀ ਅ ਬॉय, ਉਹ ਇੱਕ ਬੱਚਾ ਹੀ ਹੈ। ਯੂ ਵਾਂਟ ਟੂ ਸੀ ਹਿਮ ਐਂਡ ਗੋ ਆਊਟ ਪਲੇਇੰਗ। ਤੂੰ ਉਹਨੂੰ ਮਿਲਣਾ ਚਾਹੁੰਦਾ ਅਤੇ ਖੇਡਣਾ ਚਾਹੁੰਦਾ। ਆਈ ਸਪੋਜ਼ ਵੈਰੀ ਵੈਲ ਆਈ ਵਿਲ ਟੈਲ ਹਿਮ ਵੈਨ ਹੀ ਕਮਸ। ਕਹਿੰਦਾ ਮੈਂ ਉਹਨੂੰ ਦੱਸ ਦਾਂਗੀ ਜਦੋਂ ਆਏਗਾ। He has just gone up the road, I think. ਉਹ ਸ਼ਹਿਰ ਵਾਲੀ ਗਿਆ। He has just gone up the road. ਸੜਕ 'ਤੇ ਗਿਆ। All right, mother, I said and went home. ਮੈਂ ਘਰ ਚਲਾ ਗਿਆ all right ਕਹਿ ਕੇ ਕਿ ਠੀਕ ਹੈ। Chandu whistled for me that afternoon in the usual chord whistle which we had arranged to evade the reproaches of interfering elders that our association often provoked. ਚੰਦੂ ਦੇਖੋ ਕਿਵੇਂ ਮਿਲਦੇ ਨੇ, ਕਿਉਂਕਿ ਉਹਨਾਂ ਦਾ ਜਿਹੜੇ ਲੋਕ ਨੇ ਦੋਵਾਂ ਦੀ ਜਾਤੀ ਵੀ ਹੈਵ ਸੀਨ ਕਿ ਚੰਦੂ ਬਿਲੋਂਗਸ ਟੂ ਅ ਲੋ ਕਾਸਟ ਐਂਡ ਦ ਨੈਰੇਟਰ ਬਿਲੋਂਗਸ ਟੂ ਅ ਅਪਰ ਕਾਸਟ। ਤਾਂ ਉਹ ਜਿਹੜੇ ਪਿੰਡ ਦੇ ਲੋਕ ਨੇ ਉਹ ਉਹਨਾਂ ਦੇ ਮਿਲਣ ਦੇ ਖਿਲਾਫ ਨੇ ਕਿਉਂਕਿ ਦੋਵਾਂ ਦੀ ਕਾਸਟ ਮੈਚ ਨਹੀਂ ਕਰਦੀ। ਬਟ ਉਹ ਬੱਚੇ ਨੇ, ਉਹਨਾਂ ਦੇ ਮਨ ਦੇ ਵਿੱਚ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਹੈ, ਵੈਰ ਭਾਵ ਕੋਈ ਨਹੀਂ ਹੈ। ਤਾਂ ਉਹ ਮਿਲਦੇ ਨੇ। ਚੰਦੂ ਜਿਹੜਾ ਹੈ ਵਿਸਲ ਕਰਦਾ, ਸੀਟੀ ਵਜਾਉਂਦਾ ਫॉर ਮੀ। ਉਸ ਦੁਪਹਿਰ ਨੂੰ ਵੀ ਉਹਨੇ ਸੀਟੀ ਵਜਾਈ। ਉਹ ਉਹਨਾਂ ਦਾ ਕੋਡ ਹੈ ਕਿ ਕੋਈ ਕਿਸੇ ਹੋਰ ਨੂੰ ਨਾ ਪਤਾ ਲੱਗੇ, ਕਿਉਂਕਿ ਉਹ ਸੀਟੀ ਵਜਾਉਂਦਾ ਤਾਂ ਕਿਸੇ ਨੂੰ ਕੀ ਪਤਾ ਕਿ ਉਹ ਸੀਟੀ ਕਿਉਂ ਵਜਾ ਰਿਹਾ, ਲੇਕਿਨ ਨੈਰੇਟਰ ਸਮਝਦਾ ਕਿ ਉਹਨੂੰ ਬੁਲਾਉਣ ਵਾਸਤੇ ਸੀਟੀ ਵਜਾ ਰਿਹਾ ਵਿਸਲ। ਵਿਚ ਵੀ ਹੈਡ ਅਰੇਂਜ ਟੂ ਇਵੇਡ ਦ ਰਿਪਰੋਚਸ ਆਫ ਇੰਟਰਫੇਅਰਿੰਗ ਐਲਡਰਸ। ਉਹ ਇਹ ਗੱਲ ਕਿਉਂ, ਇਹ ਕੰਮ ਕਿਉਂ ਕਰਦੇ ਨੇ? ਉਹ ਉਹਨੂੰ ਐਵੇਂ ਕਿਉਂ ਬੁਲਾਉਂਦਾ ਹੈ? ਕਿਉਂਕਿ ਜਿਹੜੇ ਪਿੰਡ ਦੇ ਐਲਡਰਸ ਨੇ, ਪਿੰਡ ਦੇ ਜਿਹੜੇ ਵੱਡੇ ਵਡੇਰੇ ਨੇ, ਉਹ ਜਿਹੜਾ ਹੈ ਉਹਨਾਂ ਨੂੰ ਡਾਂਟਦੇ ਨੇ। ਉਸ ਤੋਂ ਬਚਣ ਲਈ ਉਹਨਾਂ ਨੇ ਇਹ ਤਰੀਕਾ ਲੱਭਿਆ। Come for a walk to the bazaar, he said. I want to talk to you. ਉਹਨੇ ਕਿਹਾ ਕਿ ਤੂੰ ਬਾਜ਼ਾਰ ਆ ਜਾ, ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ। And hardly I joined him when he began. Do you know I earned a rupee? ਹਾਲੇ ਉਹਨੂੰ ਮਿਲਿਆ ਹੀ ਸੀ, ਜਸਟ ਉਹਦੇ ਕੋਲ ਪਹੁੰਚਿਆ ਹੀ ਸੀ ਅਤੇ ਉਹਨੇ ਬੋਲਣਾ ਸ਼ੁਰੂ ਕਰਤਾ। ਤੈਨੂੰ ਪਤਾ ਹੈ ਮੈਂ 1 ਰੁਪਇਆ ਕਮਾਇਆ ਐਂਡ ਸ਼ੇਵਿੰਗ ਐਂਡ ਹੇਅਰ ਕਟਿੰਗ ਨੀਅਰ ਦਾ ਕੋਰਟ ਦਿਸ ਮੋਰਨਿੰਗ। ਕਿ ਅੱਜ ਮੈਂ ਸਵੇਰੇ ਕੋਰਟ ਦੇ ਕੋਲ ਜਿਹੜਾ ਹੈ 1 ਰੁਪਇਆ ਕਮਾਇਆ ਹੈ। If I hadn't had to come back on the back bar of Hukam Chand's carriage early in the afternoon, I should have earned more. ਹੁਣ ਉਹ ਹੁਕਮ ਚੰਦ ਦੇ ਕੈਰੇਜ 'ਤੇ ਜਾਂਦਾ ਸੀ, ਉਹਦੇ 'ਤੇ ਉਹਨੇ ਵਾਪਸ ਵੀ ਆਉਣਾ ਸੀ। ਕਹਿੰਦਾ ਜੇ ਮੈਂ ਉਹਦੇ 'ਤੇ ਨਾ ਆਉਣਾ ਹੁੰਦਾ ਤਾਂ ਮੈਂ ਹੋਰ ਵੀ ਪੈਸੇ ਕਮਾ ਲੈਂਦਾ।
ਬਟ ਆਈ ਐਮ ਗੋਇੰਗ ਟੂ ਟੀਚ ਥੀਸ ਆਰਥੋਡਾਕਸ ਇਡੀਅਟਸ ਅ ਲੈਸਨ। ਕਹਿੰਦੇ ਪਰ ਜਿਹੜੇ ਇਹ ਆਰਥੋਡਾਕਸ ਜਿਹੜੇ ਨੇ ਪੁਰਾਣੇ ਵਿਚਾਰਾਂ ਦੇ ਮੂਰਖ ਨੇ ਇਹਨਾਂ ਨੂੰ ਮੈਂ ਸਬਕ ਸਿਖਾਵਾਂਗਾ। ਆਈ ਐਮ ਗੋਇੰਗ ਔਨ ਸਟ੍ਰਾਈਕ। ਮੈਂ ਕੀ ਕਰ ਰਿਹਾ ਕਹਿੰਦਾ ਹੜਤਾਲ ਕਰ ਰਿਹਾ। ਆਈ ਸ਼ੈਲ ਨਾਟ ਗੋ ਟੂ ਦੇਅਰ ਹਾਊਸਿਸ ਟੂ ਅਟੈਂਡ ਟੂ ਦੈਮ। ਹੁਣ ਮੈਂ ਉਹਨਾਂ ਦੇ ਘਰ ਉਹਨਾਂ ਨੂੰ ਅਟੈਂਡ ਕਰਨ ਲਈ ਨਹੀਂ ਜਾਵਾਂਗਾ। ਆਈ ਐਮ ਗੋਇੰਗ ਟੂ ਬਾਏ ਅ ਜੈਪਨੀਜ਼ ਬਾਈਸਾਈਕਲ। ਮੈਂ ਇੱਕ ਸਾਈਕਲ ਖਰੀਦਾਂਗਾ ਫਰੋਮ ਗੈਂਬਲਿੰਗ ਸਨ ਆਫ ਲਾਲਾ ਹੁਕਮ ਚੰਦ। ਜੈਪਨੀਜ਼ ਸਾਈਕਲ ਹੈ ਉਹ ਕਿਹਦੇ ਤੋਂ ਖਰੀਦ ਰਿਹਾ ਲਾਲਾ ਹੁਕਮ ਚੰਦ ਦਾ ਗੈਂਬਲਿੰਗ ਸਨ, ਉਹ ਜੂਏਬਾਜ਼ ਹੈ ਤਾਂ ਉਹਦੇ ਤੋਂ ਖਰੀਦ ਰਿਹਾ ਸਾਈਕਲ ਸਿਰਫ 5 ਰੁਪਏ ਦੀ। ਐਂਡ ਆਈ ਸ਼ੈਲ ਲਰਨ ਟੂ ਰਾਈਡ ਇਟ। ਮੈਂ ਉਹਨੂੰ ਸਿੱਖਾਂਗਾ ਚਲਾਉਣਾ। ਐਂਡ ਆਈ ਵਿਲ ਗੋ ਟੂ ਟਾਊਨ ਔਨ ਇਟ ਐਵਰੀ ਡੇ। ਅਤੇ ਮੈਂ ਹਰ ਰੋਜ਼ ਉਹਦੇ 'ਤੇ ਜਿਹੜਾ ਹੈ ਸ਼ਹਿਰ ਜਾਵਾਂਗਾ। Won't I look grand riding on a bicycle with my overcoat, my black leather shoes, and a white turban on my head, especially as there is a peg in front of the two-wheeled carriage for hanging my tool bag? ਕਹਿੰਦਾ ਮੈਂ ਕਿੰਨਾ ਵਧੀਆ ਲੱਗਾਂਗਾ ਜਦੋਂ ਮੈਂ ਸਾਈਕਲ ਚਲਾਵਾਂਗਾ। ਓਵਰਕੋਟ ਮੈਂ ਪਾਇਆ ਹੋਏਗਾ, ਮੇਰੇ ਬਲੈਕ ਸ਼ੂਜ਼ ਹੋਣਗੇ ਲੈਦਰ ਦੇ, ਚਿੱਟੀ ਮੈਂ ਟਰਬਨ ਪਾਈ ਹੋਏਗੀ, ਪੱਗ ਪਾਈ ਹੋਏਗੀ ਹੱਡ ਸਿਰ 'ਤੇ, ਅਤੇ ਸਪੈਸ਼ਲੀ ਐਜ਼ ਦੇਰ ਇਜ਼ ਅ ਪੈਗ ਇਨ ਦ ਫਰੰਟ ਆਫ ਦ ਟੂ ਵੀਲਡ ਕੈਰੇਜ। ਜਿਹੜਾ ਮੇਰਾ ਟੂ ਵੀਲਡ ਕੈਰੇਜ ਹੈ, ਜਿਹੜਾ ਸਾਈਕਲ ਹੈ, ਉਹਦੇ ਅੱਗੇ ਇੱਕ ਪੈਗ ਲੱਗਿਆ ਹੋਇਆ, ਮਤਲਬ ਇੱਕ ਹੁੱਕ ਲੱਗਿਆ ਹੋਇਆ ਜਿਹਦੇ ਤੋਂ ਆਪਣਾ ਟੂਲ ਬੈਗ ਜਿਹੜੇ ਉਹਦਾ ਸਮਾਨ ਹੈ, ਜਿਹਦੇ 'ਚ ਉਹਦੇ ਟੂਲਸ ਨੇ ਸ਼ੇਪ ਕਰਨ ਵਾਲੇ, ਉਹ ਵੀ ਟੰਗ ਸਕਦਾ ਹੈ। Yes, I agreed, greatly thrilled, not because I imagined the glory of Chandu seated on a bicycle, but because I felt myself nearer the goal of my own ambition. ਕਹਿੰਦਾ ਮੈਂ ਖੁਸ਼ ਹੋਇਆ, I agreed, ਮੈਂ ਉਹਦੇ ਨਾਲ ਸਹਿਮਤ ਸੀ। greatly thrilled, ਮੈਂ ਬਹੁਤ excited ਸੀ। not because I imagined the glory of Chandu, ਇਸ ਲਈ ਨਹੀਂ ਕਿ ਮੈਂ ਚੰਦੂ ਦੀ ਗਲੋਰੀ ਨੂੰ ਇਮੈਜਿਨ ਕਰ ਰਿਹਾ ਸੀ, ਕਿ ਚੰਦੂ ਦੀ ਸ਼ਾਨ ਨੂੰ ਮੈਂ ਇਮੈਜਿਨ ਕਰ ਰਿਹਾ ਸੀ, but because I felt myself nearer the goal of my own ambition. ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਜਿਹੜਾ ਖੁਦ ਦਾ ਸੁਪਨਾ ਹੈ ਉਹ ਪੂਰਾ ਹੋਣ ਵਾਲਾ ਹੈ। But because I felt myself nearer the goal of my own ambition, since I felt that if Chandu acquired a bicycle, he would at least let me ride to town on the elongated bolt at the back wheel. ਕਹਿੰਦੇ ਮੈਨੂੰ ਇਹ ਸੀ ਕਿ ਜੇ ਚੰਦੂ ਨੇ ਸਾਈਕਲ ਲੈ ਲਿਆ ਤਾਂ ਉਹ ਕਦੇ ਕਦੇ ਤਾਂ ਮੈਨੂੰ ਵੀ ਉਹਦੇ ਜਿਹੜੇ ਡੰਡੇ 'ਤੇ ਬਿਠਾ ਕੇ ਸ਼ਹਿਰ ਲੈ ਕੇ ਜਾਏਗਾ at the back wheel or on the front bar, या सामने डंडे से बिठा लेगा या पीछे बिठा लेगा। if he didn't let me learn to ride myself, जो मैंने नहीं भी सिखाएगा, मैंने वो सीखण नहीं भी देगा, तो एटलीस्ट वो मैंने बिठा के अपने नाल ले जाएगा। एंड lend me the machine every now and then, तो कदे कदे मैंने अपनी साइकिल मशीन इत्थे किहदे लई वर्ड यूज होया साइकिल ਲਈ, कि वो मैंने कदे कदे अपनी साइकिल उधार भी दे देगा। Chandu negotiated the deal about the bicycle with an assurance that seemed to me a revelation of his capacity for business. Chandu ਨੇ ਜਿਹੜਾ ਹੈ ਕਹਿੰਦੇ ਡੀਲ ਕਰ ਲਈ ਪੱਕੀ ਸਾਈਕਲ ਦੀ, ਅਤੇ ਉਸ ਦੇ ਨਾਲ ਮੈਨੂੰ ਹੋਰ ਪੱਕਾ ਹੋ ਗਿਆ ਕਿ ਉਹਦੇ 'ਚ ਜਿਹੜਾ ਬਿਜ਼ਨਸ ਕਰਨ ਦੀ ਬਹੁਤ ਸ਼ਮਤਾ ਹੈ। ਐਜ਼ ਆਈ ਹੈਡ ਨੈਵਰ ਸਸਪੈਕਟਡ ਇਨ ਹਿਮ, ਉਹਨੇ ਪਹਿਲੇ ਵੀ ਉਹਦੇ 'ਤੇ ਕਦੇ ਸ਼ੱਕ ਨਹੀਂ ਕੀਤਾ ਸੀ, ਫਰੋਮ ਦ ਰੈਕਲੈਸ ਵੇ ਹੀ ਸਪੈਂਟ ਹਿਸ ਮਨੀ। ਐਂਡ ਦੈਨ ਹੀ ਸੈਡ ਟੂ ਮੀ ਇਨ ਅ ਕੌਨਫੀਡੈਂਸ਼ੀਅਲ ਵੋਇਸ, ਫਿਰ ਉਹਨੂੰ ਚੁਪਕੇ ਨਾਲ, ਕੌਨਫੀਡੈਂਸ਼ੀਅਲ ਮਤਲਬ ਕੌਨਫੀਡੈਂਸ਼ੀਅਲ ਕੀ ਹੁੰਦਾ ਬੇਟਾ, ਸੀਕਰੇਟ, ਕੌਨਫੀਡੈਂਸ਼ੀਅਲ ਮਤਲਬ ਸੀਕਰੇਟ। ਯੂ ਵੇਟ ਫॉर ਅਨਦਰ ਡੇ ਔਰ ਟੂ, ਕਹਿੰਦਾ ਤੂੰ 1-2 ਦਿਨ ਹੋਰ ਖੜ ਜਾ। ਆਈ ਸ਼ੈਲ ਸ਼ੋ ਯੂ ਸਮਥਿੰਗ ਵਿਚ ਵਿਲ ਮੇਕ ਯੂ ਲਾਫ ਐਜ਼ ਯੂ ਹੈਵ ਨੈਵਰ ਲਾਫ ਬਿਫੋਰ। ਕਹਿੰਦੇ 1-2 ਦਿਨ 'ਚ ਮੈਂ ਤੈਨੂੰ ਇਹੋ ਜਿਹੀ ਚੀਜ਼ ਦਿਖਾਵਾਂਗਾ, ਤੂੰ ਇੰਨਾ ਹੱਸੇਗਾ ਕਿ ਤੂੰ ਅੱਜ ਤੱਕ ਕਦੇ ਵੀ ਇੰਨਾ ਨਹੀਂ ਹੱਸਿਆ ਹੋਏਗਾ। ਟੈਲ ਮੀ ਨਾਓ, ਕਹਿੰਦਾ ਮੈਂ ਕਿਹਾ ਮੈਨੂੰ ਹੁਣੇ ਦੱਸ। ਆਈ ਇਨਸਿਸਟਡ, ਉਹਨੇ ਜ਼ੋਰ ਲਾਇਆ। with an impatience sharpened by the rhythm of the excitement with which the spirit of his adventure filled my being। ਕਹਿੰਦਾ ਮੇਰਾ ਜਿਹੜਾ ਆਪ ਹੈ ਮੈਂ ਖੁਦ ਭਰ ਗਿਆ ਪੂਰੇ ਐਡਵੈਂਚਰ, ਜਿਹੜੀ ਉਹਦੀ ਸਪਿਰਿਟ ਸੀ ਐਡਵੈਂਚਰ ਦੀ, ਸਾਹਸਿਕ ਕੰਮ ਕਰਨ ਦੀ ਜਿਹੜੀ ਭਾਵਨਾ ਹੈ। ਆਈ ਵਿਦ ਐਨ ਇੰਪੇਸ਼ੈਂਸ ਸ਼ਾਰਪਨਡ ਬਾਈ ਦ ਰਿਦਮ ਆਫ ਦ ਐਕਸਾਈਟਮੈਂਟ, ਉਹਦੇ ਨਾਲ ਮੈਂ ਪੂਰਾ ਐਕਸਾਈਟਡ ਹੋ ਗਿਆ। ਨੋ ਯੂ ਵੇਟ, ਕਹਿੰਦਾ ਨਹੀਂ ਤੂੰ ਵੇਟ ਕਰ। ਹੀ ਸੈਡ ਆਈ ਕੈਨ ਓਨਲੀ ਗਿਵ ਯੂ ਅ ਹਿੰਟ ਐਟ ਦ ਮੋਮੈਂਟ। ਕਹਿੰਦਾ ਚਲੋ ਮੈਂ ਤੈਨੂੰ ਇਸ ਸਮੇਂ ਇੱਕ ਹਿੰਟ ਦੇ ਦਿੰਦਾ, ਇੱਕ ਇਸ਼ਾਰਾ ਦੇ ਦਿੰਦਾ। ਇਟਸ ਅ ਸੀਕਰੇਟ ਦੈਟ ਓਨਲੀ ਅ ਬਾਰਬਰ ਕੈਨ ਨੋ। ਕਹਿੰਦਾ ਇੱਕ ਇਹੋ ਜਿਹਾ ਸੀਕਰੇਟ ਹੈ ਜਿਹੜਾ ਸਿਰਫ ਨਾਈ ਨੂੰ ਹੀ ਪਤਾ ਹੁੰਦਾ ਹੈ। ਨਾਓ ਲੈਟ ਮੀ ਗੈਟ ਔਨ ਵਿਦ ਦ ਜੋਬ ਆਫ ਲਰਨਿੰਗ ਟੂ ਹੈਂਡਲ ਦਿਸ ਮਸ਼ੀਨ। ਕਹਿੰਦੇ ਚਲੋ ਹੁਣ ਮੈਨੂੰ ਮਸ਼ੀਨ ਇਹ ਸਾਈਕਲ ਚਲਾਉਣਾ ਸਿੱਖਣ ਦੇ। ਯੂ ਹੋਲਡ ਇਟ ਵਾਈਲ ਆਈ ਗੈਟ ਔਨ ਇਟ। ਕਹਿੰਦਾ ਤੂੰ ਇਹਨੂੰ ਫੜ, ਮੈਂ ਇਹਦੇ 'ਤੇ ਚੜ੍ਹਦਾ ਹਾਂ, ਐਂਡ ਆਈ ਥਿੰਕ ਇਟ ਵਿਲ ਬੀ ਆਲ ਰਾਈਟ, ਅਤੇ ਸਭ ਠੀਕ ਹੋ ਜਾਏਗਾ। ਬਟ ਆਈ ਸੈਡ ਦਿਸ ਇਜ਼ ਨੋਟ ਦ ਵੇ ਟੂ ਲਰਨ ਟੂ ਰਾਈਡ ਅ ਬਾਈਸਾਈਕਲ। ਪਰ ਇਹ ਸਾਈਕਲ ਸਿੱਖਣ ਦਾ ਤਰੀਕਾ ਨਹੀਂ ਹੈ। ਮਾਈ ਫਾਦਰ ਲਰਨ ਟੂ ਰਾਈਡ ਫਰੋਮ ਦ ਪੈਗ ਐਟ ਦ ਬੈਕ। ਮੇਰੇ ਪਾਪਾ ਨੇ ਤਾਂ ਪਿੱਛੇ ਬੈਠ ਕੇ ਚਲਾਉਣੀ ਸਿੱਖੀ ਸੀ। ਐਂਡ ਮਾਈ ਬ੍ਰਦਰ ਲਰਨ ਟੂ ਰਾਈਡ ਬਾਈ ਫਸਟ ਟਰਾਈਂਗ ਟੂ ਬੈਲੈਂਸ ਔਨ ਦ ਪੈਡਲ। ਅਤੇ ਮੇਰੇ ਬ੍ਰਦਰ ਨੇ, ਮੇਰੇ ਭਰਾ ਨੇ ਜਿਹੜਾ ਹੈ ਇਹਨੂੰ ਪੈਡਲ ਨੂੰ ਬੈਲੈਂਸ ਕਰਕੇ ਚਲਾਉਣੀ ਸਿੱਖੀ ਸੀ। ਯੂਰ ਫਾਦਰ ਇਜ਼ ਅ ਟੋਪ ਹੈਵੀ ਬਬੂਨ, ਸੈਡ ਚੰਦੂ। ਕਹਿੰਦੇ ਤੇਰੇ ਪਿਓ, ਤੇਰੇ ਜਿਹੜਾ ਫਾਦਰ ਹੈ, ਤੇਰੇ ਪਾਪਾ ਨੇ ਤਾਂ ਬਬੂਨ ਨੇ, ਬਹੁਤ ਵੱਡੇ ਬੰਦਰ ਨੇ। ਐਂਡ ਯੂਰ ਬ੍ਰਦਰ ਇਜ਼ ਅ ਲੌਂਗ ਲੈਫਟ ਸਪਾਈਡਰ। ਤੇਰਾ ਜਿਹੜਾ ਭਰਾ ਹੈ ਉਹ ਤਾਂ ਇੱਕ ਲੰਬੀ ਲੱਤਾਂ ਵਾਲਾ
ਸਪਾਈਡਰ ਮੱਕੜੀ ਹੈ। ਆਈ ਹੀ ਕੰਟੀਨਿਊਡ ਵਾਸ ਬੋਰਨ ਮਾਈ ਮਦਰ ਟੈਲਸ ਮੀ ਅਪਸਾਈਡ ਡਾਊਨ, ਕਹਿੰਦਾ ਮੈਂ ਤਾਂ ਉਲਟਾ ਪੈਦਾ ਹੋਇਆ ਸੀ। ਆਲ ਰਾਈਟ ਆਈ ਸੈਡ ਐਂਡ ਆਈ ਹੈਲਡ ਦ ਬਾਈਸਾਈਕਲ ਫॉर ਹਿਮ, ਤੇ ਉਹਨੇ ਉਹਦੇ ਵਾਸਤੇ ਬਾਈਸਾਈਕਲ ਫੜ ਲਿਆ। ਹੁਣ ਦੇਖੋ ਬੇਟਾ ਸੀ ਦੇਰ ਇਜ਼ ਵਨ ਥਿੰਗ ਟੂ ਬੀ ਸੀਨ ਹੇਅਰ ਦੈਟ the way Chandu is talking about the family members of the narrator and he is still helping him in getting on the cycle and learning it how to ride, ਤਾਂ ਉਹ ਉਹਦੇ ਬਾਰੇ ਕਿਵੇਂ ਬੋਲ ਰਿਹਾ ਹੈ ਨਾ, ਉਹਦੀ ਫੈਮਿਲੀ ਬਾਰੇ ਕਿਸ ਤਰ੍ਹਾਂ ਬੋਲ ਰਿਹਾ, ਉਹਦੇ ਪਾਪਾ ਬਾਰੇ ਬੋਲ ਰਿਹਾ, ਉਹਦੇ ਬ੍ਰਦਰ ਬਾਰੇ ਬੋਲ ਰਿਹਾ, ਬਟ ਉਸ ਇਹ ਚੀਜ਼ ਉਹਨਾਂ ਦੀ ਦੋਸਤੀ ਨੂੰ ਅਫੈਕਟ ਨਹੀਂ ਕਰ ਰਹੀ। ਇੱਕ ਤਾਂ ਉਹ ਵੀ ਹੱਸੀ 'ਚ ਬੋਲ ਰਿਹਾ, ਮਜ਼ਾਕ 'ਚ ਬੋਲ ਰਿਹਾ, ਤਾਂ ਦੇਖੋ ਕਿੰਨੀ ਗਹਿਰੀ ਦੋਸਤੀ ਹੈ ਕਿ ਉਹਦੇ ਪਾਪਾ ਜਾਂ ਬ੍ਰਦਰ ਬਾਰੇ ਅਗਰ ਕੋਈ ਆਪਣੇ ਬਾਰੇ ਪੇਰੈਂਟਸ ਬਾਰੇ ਜਾਂ ਵੈਸੇ ਫੈਮਿਲੀ ਬਾਰੇ ਬੋਲੇ, ਆਪਾਂ ਨੂੰ ਕਈ ਵਾਰ ਬਹੁਤ ਗੁੱਸਾ ਆ ਜਾਂਦਾ ਹੈ। ਬਟ ਸੀ ਦੈਟ ਲੈਵਲ ਆਫ ਫਰੈਂਡਸ਼ਿਪ, ਉਹਨਾਂ ਦੀ ਇੰਨੀ ਅੱਛੀ ਫਰੈਂਡਸ਼ਿਪ ਹੈ ਕਿ ਉਹਦੀ ਫੈਮਿਲੀ ਬਾਰੇ ਵੀ ਬੋਲ ਰਿਹਾ ਤਾਂ ਉਹਨੂੰ ਪਤਾ ਕਿ ਐਵੇਂ ਹੀ ਬੋਲ ਰਿਹਾ, ਉਹਦੇ ਇਸ ਚੀਜ਼ ਨਾਲ ਉਹਨਾਂ ਦੀ ਦੋਸਤੀ 'ਤੇ ਕੋਈ ਫਰਕ ਨਹੀਂ ਪੈ ਰਿਹਾ। ਤਾਂ ਦੇ ਹੈਵ ਅ ਵੈਰੀ ਡੀਪ ਫਰੈਂਡਸ਼ਿਪ। My father learned to. Okay, we were here. Was born. All right, I said, and I held the cycle for him. But while my gaze concentrated with admiration on the brilliant sheen of the polished bars, I lost my grip. ਉਹ ਦੇਖ ਰਿਹਾ ਹੈ ਸਾਈਕਲ ਨੂੰ ਬੜੀ ਕੌਨਸਨਟ੍ਰੇਸ਼ਨ ਦੇ ਨਾਲ, ਬੜੀ ਐਡਮਾਇਰੇਸ਼ਨ, ਤਾਰੀਫ ਕਰ ਰਿਹਾ, ਬਹੁਤ ਖੁਸ਼ ਹੈ ਉਹਦੀ ਲਈ। ਉਹ ਦੇਖ ਰਿਹਾ ਸਾਈਕਲ ਦੀ ਚਮਕ ਦੇਖ ਰਿਹਾ, ਪਰ ਉਹ ਜਦੋਂ ਦੇਖ ਰਿਹਾ ਸੀ ਉਹ ਦੇਖਣ 'ਚ ਇੰਨਾ ਖੋ ਗਿਆ ਕਿ ਉਹਦੀ ਗ੍ਰਿਪ ਛੁੱਟ ਗਈ, ਹੱਥ ਛੁੱਟ ਗਿਆ ਸਾਈਕਲ ਤੋਂ, ਐਂਡ ਚੰਦੂ ਫੈਲ ਔਨ ਦਾ ਅਦਰ ਸਾਈਡ ਵਿਦ ਅ ਥੱਡ। ਚੰਦੂ ਇੱਕਦਮ ਧੱਕੇ ਨਾਲ ਉੱਥੇ ਗਿਰਿਆ ਜ਼ੋਰ ਦੀ ਆਵਾਜ਼ ਨਾਲ, ਅਲੋਂਗ ਵਿਦ ਦ ਮਸ਼ੀਨ। ਦੇਅਰ ਵਰ ਪੀਲਸ ਆਫ ਲਾਫਟਰ ਫਰੋਮ ਦ ਸ਼ੋਪ ਆਫ ਦ ਸਾਹੂਕਾਰ। ਉਹ ਇੰਨੀ ਜ਼ੋਰ ਦੀ ਗਿਰਿਆ ਕਿ ਸਾਹੂਕਾਰ ਦੀ ਸ਼ੋਪ ਤੋਂ ਹੱਸਣ ਦੀ ਆਵਾਜ਼ ਆਈ। ਵੇਅਰ ਸੈਵਰਲ ਪੈਜ਼ੈਂਟਸ ਕੌਂਗਰੀਗੇਟਿਡ ਰਾਊਂਡ ਦ ਫਿਗਰ ਆਫ ਦ ਲੈਂਡਲੋਰਡ, ਜਿੱਥੇ ਬਹੁਤ ਸਾਰੇ ਜਿਹੜੇ ਕਿਸਾਨ ਹੈ ਉਹ ਸਾਹੂਕਾਰ ਨੂੰ ਮਿਲਣ ਵਾਸਤੇ ਆਏ ਬੈਠੇ ਸੀ। And then the Shaukar could be heard shouting. फिर साहूकार ने बोलिया, serve you right, you rascally son of the Iron Age, break your bones, you die, you upstart, you won't come to your senses otherwise। ਕਹਿੰਦਾ ਵਧੀਆ ਹੋਇਆ, ਚੰਗਾ ਹੋਇਆ ਤੇਰੇ ਨਾਲ ਤੇਰੀਆਂ ਹੱਡੀਆਂ ਟੁੱਟਣ ਤਾਂ ਤੈਨੂੰ ਪਤਾ ਲੱਗੇਗਾ, ਅਦਰਵਾਈਜ਼ ਨਹੀਂ ਤਾਂ ਤੈਨੂੰ ਅਕਲ ਨਹੀਂ ਆਉਣੀ। ਚੰਦੂ hung his head with shame, ਚੰਦੂ ਨੂੰ ਵਿਚਾਰੇ ਨੂੰ ਸ਼ਰਮ ਆਈ। and muttered an oath at me, ਉਹਨੇ ਉਹਨੂੰ ਗਾਲ ਕੱਢੀ। you fool, you are not good, ਕਹਿੰਦਾ ਮੂਰਖ ਤੂੰ ਕਿਸੇ ਕੰਮ ਦਾ ਨਹੀਂ। Though I had thought that he would grip me by the neck and give me a good thrashing for being the cause of his discomfiture, then he looked at me, smiled embarrassedly, and said, we will see who has the last laugh, I or they। ਕਹਿੰਦੇ ਮੈਨੂੰ ਤਾਂ ਇਹ ਲੱਗਿਆ ਸੀ ਕਿ ਉਹ ਸਾਈਕਲ ਤੋਂ ਉਤਰ ਕੇ ਮੈਨੂੰ ਚੰਗੀ ਤਰ੍ਹਾਂ ਕੁੱਟੇਗਾ, ਬਟ ਉਹਨੇ ਇਸ ਤਰ੍ਹਾਂ ਨਹੀਂ ਕੀਤਾ, ਮੈਨੂੰ ਗਲ ਤੋਂ ਫੜ ਲੇਗਾ ਮੈਂ, ਉਹਨੂੰ ਲੱਗਿਆ ਸੀ ਕਿਉਂਕਿ ਮੈਂ ਹੀ ਉਹਦੇ ਡਿਸਕੰਫਿਚਰ, ਉਹਦੀ ਇਹ ਪ੍ਰੋਬਲਮ ਦਾ ਕਾਰਨ ਸੀ। ਬਟ ਕਹਿੰਦਾ ਉਹਨੇ ਮੇਰੇ ਵੱਲ ਵੇਖਿਆ, ਸ਼ਰਮਿੰਦਗੀ ਨਾਲ ਹੱਸਿਆ, ਅਤੇ ਉਹਨੇ ਕਿਹਾ ਕਿ ਦੇਖਦੇ ਹਾਂ ਕਿ ਕੌਣ ਆਖਰੀ ਲਾਫ, ਆਖਰੀ ਹੱਸੀ ਕਿਹਦੀ ਹੋਏਗੀ, ਇਹ ਤੁਹਾਡੀ ਜਾਂ ਮੇਰੀ। ਮੈਂ ਹੱਸਾਂਗੇ, ਉਹ ਹੱਸਣਗੇ। ਆਈ ਵਿਲ ਹੋਲਡ ਦ ਮਸ਼ੀਨ ਟਾਈਟਲੀ ਦਿਸ ਟਾਈਮ। ਮੈਂ ਕਿਹਾ ਕਿ ਅੱਛਾ ਹੁਣ ਮੈਂ ਮਸ਼ੀਨ ਨੂੰ ਜਿਹੜਾ ਹੈ ਪੂਰਾ ਟਾਈਟਲੀ ਫੜਾਂਗਾ। ਆਈ ਸੈਡ ਓਨੈਸਟਲੀ ਐਂਡ ਆਈ ਪਿਕਡ ਇਟ ਅਪ ਫਰੋਮ ਵੇਅਰ ਇਟ ਲੇ, ਅਤੇ ਉਹਨੂੰ ਚੱਕਿਆ। ਯੈਸ ਬ੍ਰੇਕ ਯੂਰ ਬੋਨਸ ਯੂ ਸਵਾਈਨ, ਕੇਮ ਦ ਲੈਂਡਲੋਰਡਸ ਕਾਲ। ਫਿਰ ਲੈਂਡਲੋਰਡ ਬੋਲਿਆ ਕਿ ਹਾਂ ਹਾਂ ਤੋੜੋ ਆਪਣੀ ਹੱਡੀਆਂ। ਪਹਿਲੇ ਸਾਹੂਕਾਰ ਬੋਲਿਆ ਸੀ, ਹੁਣ ਲੈਂਡਲੋਰਡ ਬੋਲਿਆ। ਡੋਂਟ ਯੂ ਕੇਅਰ, ਚੰਦੂ ਸੈਡ ਟੂ ਮੀ। ਚੰਦੂ ਨੇ ਕਿਹਾ ਤੂੰ ਉਹਨਾਂ ਦੀ ਗੱਲ ਵੱਲ ਧਿਆਨ ਨਾ ਦੇ। ਆਈ ਵਿਲ ਸ਼ੋ ਦੈਮ, ਮੈਂ ਇਹਨਾਂ ਨੂੰ ਦਿਖਾ ਦੇਵਾਂਗਾ। ਐਂਡ ਹੀ ਮਾਊਂਟਡ ਦ ਬਾਈਸਿਕਲ ਐਜ਼ ਆਈ ਐਗਜ਼ਰਟਡ ਓਲ ਮਾਈ ਸਟਰੈਂਥ ਟੂ ਹੋਲਡ ਇਟ ਟਾਈਟ। ਉਹ ਜਦੋਂ ਸਾਈਕਲ 'ਤੇ ਚੜ੍ਹਿਆ, ਐਜ਼ ਮੈਂ ਪੂਰੀ ਟਾਈਟ ਤਰੀਕੇ ਨਾਲ ਆਪਣੀ ਪੂਰੀ ਤਾਕਤ ਨਾਲ ਸਾਈਕਲ ਨੂੰ ਫੜਿਆ। ਐਂਡ ਦੈਨ ਹੀ ਸੈਡ ਲੈਟ ਗੋ, ਕਿ ਉਹਨੂੰ ਛੱਡ ਦੇ। ਆਈ ਰਿਲੀਜ਼ਡ ਮਾਈ ਗ੍ਰਿਪ, ਮੈਂ ਆਪਣਾ ਜਿਹੜਾ ਛੱਡਤਾ। ਹੀ ਹੈਡ ਪ੍ਰੈਸ ਦ ਪੈਡਲ ਵਿਦ ਅ ਡਾਊਨਵਰਡ ਪ੍ਰੈਸ਼ਰ। ਉਹਨੇ ਜਿਹੜਾ ਹੈ ਪੈਡਲ ਨੂੰ ਪ੍ਰੈਸ ਕੀਤਾ, ਥੱਲੇ ਪ੍ਰੈਸ਼ਰ ਦਿੰਦੇ ਹੋਏ, ਆਫ ਹਿਜ਼ ਰਾਈਟ ਫੁੱਟ ਹਾਰਡ। ਐਂਡ ਐਜ਼ ਅ ਵੀਲਸ ਰਿਵੋਲਵ, ਜਿਸ ਤਰ੍ਹਾਂ ਪਹੀਏ ਘੁੰਮੇ, ਹੀ ਸਵੇਡ ਡੇਂਜਰਸਲੀ ਟੂ ਵਨ ਸਾਈਡ। ਉਹ ਬੜੇ ਖਤਰਨਾਕ ਤਰੀਕੇ ਨਾਲ ਜਿਹੜਾ ਹੈ ਇੱਕ ਸਾਈਡ 'ਤੇ ਝੁਕ ਗਿਆ। ਬਟ ਹੀ ਹੈਡ ਪੁਸ਼ ਦ ਅਦਰ ਪੈਡਲ ਨਾਓ, ਫਿਰ ਉਹਨੇ ਦੂਜੇ ਪੈਡਲ ਨੂੰ ਪੁਸ਼ ਕੀਤਾ। ਦ ਮਸ਼ੀਨ ਬੈਲੈਂਸ, ਮਸ਼ੀਨ ਦਾ ਬੈਲੈਂਸ ਬਣ ਗਿਆ। ਇਨਕਲਾਈਨਿੰਗ ਟੂ ਦ ਰਾਈਟ ਲਿਟਲ ਸੋ ਦੈਟ ਆਈ saw Chandu lift his rump from the saddle in the most frightening manner। ਫਿਰ ਮੈਂ ਦੇਖਿਆ ਕਿ ਚੰਦੂ ਆਪਣੇ ਹਿਪਸ ਨੂੰ ਸੈਡਲ ਸੀਟ ਤੋਂ ਜਿਹੜਾ ਹੈ ਉੱਪਰ ਚੱਕ ਰਿਹਾ ਸੀ, ਬਹੁਤ ਹੀ ਡਰਾਵਨੇ ਤਰੀਕੇ ਦੇ ਨਾਲ। ਹੀ ਹੰਗ ਪ੍ਰੀਕਿਊਰੀਅਸਲੀ ਫॉर ਅ ਮੂਮੈਂਟ, ਇੱਕ ਮਿੰਟ ਲਈ ਤਾਂ ਉਹ ਬਹੁਤ ਹੀ ਪ੍ਰੀਕੇਰੀਅਸਲੀ, ਖਤਰਨਾਕ ਤਰੀਕੇ ਦੇ ਨਾਲ ਜਿਹੜਾ ਲਟਕ ਗਿਆ। ਹਿਜ਼ ਹੈਂਡਲਸ ਵੋਬਲਡ ਡੇਂਜਰਸਲੀ, ਉਹਦੇ ਜਿਹੜੇ ਹੈਂਡਲ ਨੇ ਉਹ ਬਹੁਤ ਖਤਰਨਾਕ ਤਰੀਕੇ ਨਾਲ ਹਿਲ ਡੁਲ ਰਹੇ ਸੀ। ਹੀ ਵਾਸ ਟੋਟਰਿੰਗ, ਇੱਧਰ ਉੱਧਰ ਹਿਲ ਜੁਲ ਰਿਹਾ ਸੀ। ਐਟ ਦਿਸ ਜੰਕਚਰ ਅ ਮਿਕਸਡ ਨੋਇਸ ਆਫ ਲਾਫਟਰ and sarcasm arose from the congregation at the shop, and I thought that Chandu would come to grief with this confusion। ਹੁਣ ਇਸ ਵੇਲੇ ਕੀ ਹੋਇਆ, ਇੱਕ ਤਾਂ ਸਾਈਕਲ ਬੈਲੈਂਸ ਨਹੀਂ ਹੋ ਰਹੀ ਚੰਗੀ ਤਰ੍ਹਾਂ, ਦੂਸਰੀ ਤਰਫ ਜਿਹੜਾ ਹੈ
ਹੱਸਣ ਦੀ ਅਤੇ ਟੋਂਟ ਸਰਕੈਜ਼ਮ ਮਤਲਬ ਟੋਂਟ ਕਰਨ ਦੀ ਤਾਨਿਆਂ ਦੀ ਆਵਾਜ਼ ਆਈ। ਉਸ ਕੌਂਗਰੀਗੇਸ਼ਨ ਕੀ ਹੁੰਦਾ ਗਰੁੱਪ ਆਫ ਪੀਪਲ ਹੂ ਵਰ ਸਿਟਿੰਗ ਦੇਅਰ। ਅਤੇ ਮੈਂ ਸੋਚਿਆ ਚੰਦੂ ਨੂੰ ਤਾਂ ਇਸ ਸਭ ਨਾਲ ਬਹੁਤ ਦੁਖੀ ਹੋਏਗਾ ਚੰਦੂ, ਇਫ ਨੋਟ ਔਨ ਅਕਾਊਂਟ ਆਫ ਹਿਜ਼ ਅਟਰ ਇਨਕੈਪੈਸਿਟੀ। ਆਪਣੀ ਇਨਕੈਪੈਸਿਟੀ 'ਤੇ ਦੁਖੀ ਨਹੀਂ ਹੋਏਗਾ, ਬਟ ਜੋ ਇਹ ਬੋਲ ਰਹੇ ਨੇ ਹੱਸ ਰਹੇ ਨੇ ਇਹਦੇ 'ਤੇ ਜ਼ਰੂਰ ਦੁਖੀ ਹੋਏਗਾ। By a curious miracle, however, Chandu's feet had got into the right rhythm for paddling, and his handle had adjusted itself to his stiff hands, and he rode off with me running behind him, bursting myself with enthusiastic shabashes. ਪਰ ਦੇਖਦੇ ਹੀ ਦੇਖਦੇ ਜਦੋਂ ਇਹ ਰਾਈਟਰ ਇਹ ਸਭ ਕੁਝ ਸੋਚ ਰਿਹਾ ਸੀ ਨੈਰੇਟਰ, ਤਾਂ ਉਹਨੇ ਦੇਖਿਆ ਕਿ ਦੇਖਦੇ ਹੀ ਦੇਖਦੇ ਚੰਦੂ ਨੇ ਆਪਣੇ ਸਾਈਕਲ 'ਤੇ ਬੈਲੈਂਸ ਬਣਾ ਲਿਆ ਆਪਣੇ ਕਠੋਰ ਹੱਥਾਂ ਨਾਲ ਹੀ ਸਟਿਫ ਹੈਂਡਸ ਐਂਡ ਹੀ ਰੋਡ ਆਫ। ਉਹਦੇ ਪਿੱਛੇ ਪਿੱਛੇ ਭੱਜ ਰਿਹਾ, ਉਹਨੂੰ ਸ਼ਾਬਾਸ਼ ਦੇ ਰਿਹਾ। ਹਾਫ ਅ ਮਾਈਲ ਰਨ ਐਂਡ ਹੀ ਰਿਪੀਟਡ ਦ ਟ੍ਰਿਕ। ਅੱਧਾ ਮੀਲ ਤੱਕ ਹੋ ਗਏ, ਉਹਨੇ ਫਿਰ ਉਹ ਟ੍ਰਿਕ ਰਿਪੀਟ ਕੀਤੀ। ਤੋ ਆਈ ਵਾਜ਼ ਵੈਰੀ ਈਗਰ ਟੂ ਸ਼ੇਅਰ ਦ ਜੋਏ ਆਫ ਹਿਜ਼ ਨਿਊਲੀ ਅਕਵਾਇਰਡ ਸਕਿੱਲ। ਆਈ ਡਿਡਨਟ ਸੀ ਚੰਦੂ ਦ ਨੈਕਸਟ ਡੇ। ਕਹਿੰਦੇ ਮੈਂ ਉਹ ਬਹੁਤ ਉਤਸੁਕ ਸੀ ਉਹਦੇ ਨਾਲ ਇਸ ਜਿਹੜੀ ਉਹਨੇ ਨਵੀਂ ਤਰੀਕਾ ਇਹ ਸਿੱਖਿਆ ਸੀ, ਨਵਾਂ ਸਕਿੱਲ ਸਿੱਖਿਆ ਸੀ, ਉਹਦੀ ਖੁਸ਼ੀ ਵੰਡਣ ਲਈ। ਬਟ ਅਗਲੇ ਦਿਨ ਮੈਨੂੰ ਚੰਦੂ ਨਹੀਂ ਮਿਲਿਆ ਐਜ਼ ਆਈ ਵਾਜ਼ ਬੀਂਗ ਟੇਕਨ ਟੂ ਸੀ ਮਾਈ ਆਂਟਸ ਇਨ ਵੇਰਕਾ ਸਟ੍ਰੇਟ ਫਰੋਮ ਸਕੂਲ, ਕਿਉਂਕਿ ਮੈਂ ਸਕੂਲ ਤੋਂ ਸਿੱਧਾ ਹੀ ਵੇਰਕਾ ਨਾਮ ਦੀ ਜਗ੍ਹਾ 'ਤੇ ਆਪਣੀ ਆਂਟੀ ਨੂੰ ਮਿਲਣ ਗਿਆ। ਬਟ ਔਨ ਦ ਥਰਡ ਡੇ ਹੀ ਕਾਲਡ ਫॉर ਮੀ। ਕਹਿੰਦੇ ਤੀਜੇ ਦਿਨ ਉਹਨੇ ਬੁਲਾਇਆ ਮੈਨੂੰ ਐਂਡ ਸੈਡ ਦੈਟ ਹੀ ਵੁੱਡ ਸ਼ੋ ਮੀ ਦ ਜੋਕ ਹੀ ਹੈਡ ਟਾਕਡ ਆਫ ਦ ਅਦਰ ਡੇ, ਕਿ ਇੱਕ ਦਿਨ ਮੈਂ ਤੈਨੂੰ ਇੱਕ ਜੋਕ ਬਾਰੇ ਇੱਕ ਜਿਹੜਾ ਹੈ ਚੁਟਕਲੇ ਬਾਰੇ ਦੱਸਿਆ ਸੀ, ਤੈਨੂੰ ਅੱਜ ਮੈਂ ਉਹ ਦਿਖਾਵਾਂਗਾ। I followed quickly, ਮੈਂ ਇੱਕਦਮ ਉਹਦੇ ਪਿੱਛੇ ਚਲਾ ਗਿਆ। Asking the while, tell me, what is it all about? ਦੱਸ ਕੀ ਹੈ? Look, he said, hiding behind the oven of the village porter. ਉਹਨੇ ਜਿਹੜਾ ਹੈ ਪਿੰਡ ਦਾ ਜਿਹੜਾ ਪੋਟਰ ਸੀ, ਜਿਹੜੇ ਕੁਮਾਰ ਹੁੰਦੇ ਨੇ ਉਹਨਾਂ ਦੇ ਓਵਨ ਦੇ ਪਿੱਛੇ ਜਿੱਥੇ ਉਹ ਬਣਾਉਂਦੇ ਨੇ ਆਪਣੇ ਕੜੇ ਕੁੜੇ, ਉੱਥੇ ਉਹਦੇ ਪਿੱਛੇ ਲਿਖਦੇ ਹੋਏ ਕਿਹਾ, ਡੂ ਯੂ ਸੀ ਦ ਕਾਂਗਰੀਗੇਸ਼ਨ ਆਫ ਮੈਨ ਇਨ ਦ ਸਾਹੂਕਾਰ ਸ਼ਾਪ। ਤੂੰ ਦੇਖ ਰਿਹਾ ਸਾਹੂਕਾਰ ਦੀ ਦੁਕਾਨ 'ਚ ਕਾਂਗਰੀਗੇਸ਼ਨ ਗਰੁੱਪ ਆਫ ਪੀਪਲ, ਲੋਕਾਂ ਦਾ ਝੁੰਡ ਬੈਠਿਆ। ਟਰਾਈ ਐਂਡ ਸੀ ਹੂ ਇਜ਼ ਦੇਅਰ। ਦੇਖ, ਕੋਸ਼ਿਸ਼ ਕਰ, ਦੇਖ ਕੌਣ ਹੈ। ਐਕਸਪਲੋਰ ਦ ਵੇਰੀਅਸ ਫੇਸਿਸ ਐਂਡ ਫॉर ਅ ਮੂਮੈਂਟ ਆਈ ਵਾਜ਼ ਕੁਆਇਟ ਬੈਫਲਡ। ਮੈਂ ਬਹੁਤ ਸਾਰੇ ਚਿਹਰੇ ਦੇਖੇ ਅਤੇ ਮੈਂ ਇੱਕਦਮ ਇੱਕ ਮਿੰਟ ਲਈ ਘਬਰਾ ਗਿਆ। ਓਨਲੀ ਦ ਪੈजेंट्स, ਮੈਂ ਕਨਫਿਊਜ਼ ਹੋ ਗਿਆ। ਬੈਫਲਡ ਮੀਨਸ ਕਨਫਿਊਜ਼ ਹੋ ਗਿਆ ਕਿ ਓਨਲੀ ਦ ਪੈजेंट्स ਸਿਟਿੰਗ ਰਾਊਂਡ ਵੇਟਿੰਗ ਫॉर ਦ ਲੈਂਡਲੋਡ। ਆਈ ਸੈਡ ਕਿ ਸਿਰਫ ਕਿਸਾਨ ਹੀ ਬੈਠੇ ਨੇ ਜੋ ਹੈ ਉਹ ਲੈਂਡਲੋਡ ਦੀ ਵੇਟ ਕਰ ਰਹੇ ਨੇ। Look again, idiot, he said, and see, the landlord is there, his long jawed face dotted the white scum of his unshaved beard. ਦੇਖ ਮੂਰਖ, ਕਹਿੰਦਾ ਉੱਥੇ ਹੀ ਲੈਂਡਲੋਡ ਵੀ ਬੈਠਾ ਹੈ, ਉਹਦਾ ਜਿਹੜੇ ਲੰਬੇ ਮੂੰਹ 'ਤੇ ਲੰਬੇ ਜਬੜੇ 'ਤੇ ਡੋਟਿਡ ਵਾਈਟ ਸਕਮ, ਉਹਦੀ ਚਿੱਟੀ ਦਾੜੀ ਆ ਗਈ ਹੈ ਜਿਹਨੂੰ ਕਿ ਅਬ ਸ਼ੇਵ ਨਹੀਂ ਕੀਤਾ ਗਿਆ। ਹਾ ਹਾ, ਆਈ ਸ਼ਾਊਟਡ ਹਿਲੇਰੀਅਸਲੀ, ਮੈਂ ਹੱਸਣ ਲੱਗ ਗਿਆ। ਸਟਰਕ ਬਾਈ ਦ ਕੌਂਟਰਾਡਿਕਸ਼ਨ ਆਫ ਦ ਬਿਗ ਥਿਕ ਮੁਸਟੈਸ਼। ਕਿੰਨਾ ਅਲੱਗ ਲੱਗ ਰਿਹਾ ਸੀ, ਕੌਂਟਰਾਡਿਕਸ਼ਨ ਮਤਲਬ ਬਿਲਕੁਲ ਅਲੱਗ। ਪਹਿਲੇ ਤਾਂ ਉਹਦੀ ਬਹੁਤ ਵੱਡੀ ਮੁਸਟੈਸ਼ ਮੁੱਛ ਸੀ, ਵਿਦ ਦ ਪ੍ਰਿਕਲੀ ਵਾਈਟ ਬਰਸ਼ ਔਨ ਹਿਜ਼ ਜੌਲਸ, ਜਿਹੜਾ ਹੈ ਉਹਦੇ ਜੌਲਸ 'ਤੇ ਉਹਦੇ ਜਬੜੇ 'ਤੇ ਵਾਈਟ ਕਲਰ ਦੇ ਬਰਸ਼ ਨਾਲ ਉਹ ਬਣਾਉਂਦਾ ਸੀ, ਜਿਹੜਾ ਉਹ ਡਾਈ ਕਰਦਾ ਸੀ। ਹਾਈ ਰੋਡ ਅ ਸਿਕ ਲਾਇਨ, ਹੀ ਲੁੱਕ ਸੀਡੀ। ਕਹਿੰਦਾ ਕਿੰਨਾ ਬਿਮਾਰ ਸ਼ੇਰ ਵਰਗਾ ਲੱਗ ਰਿਹਾ, ਕਿੰਨਾ ਗੰਦਾ ਲੱਗ ਰਿਹਾ। ਹੀ ਲੁੱਕ ਸੀਡੀ, ਇਜ਼ ਲੁੱਕ ਸੋ ਅਨਟਾਈਡੀ, ਅਨਕੈਂਪਡ। ਵਾਂਟ ਚੰਦੂ ਨੇ ਕਿਹਾ ਚੁੱਪ, ਡੋਂਟ ਮੇਕ ਅ ਸ਼ੋਰ ਨਾ ਪਾ। ਬਟ ਲੁੱਕ ਐਟ ਦ ਸਾਹੂਕਾਰ, ਕਹਿੰਦਾ ਸਾਹੂਕਾਰ ਵੱਲ ਦੇਖ। ਹੀ ਲੁੱਕਸ ਲਾਈਕ ਅ ਲੈਪਰ, ਉਹ ਕੋੜੀ ਵਾਂਗ ਲੱਗ ਰਿਹਾ, ਵਿਦ ਅ ਬਰਾਊਨ ਟਿੰਜ ਆਫ ਟਬੈਕੋ ਔਨ ਹਿਜ਼ ਵਾਲਰਸ ਮੁਸਟੈਸ਼ ਵਿਚ ਆਈ ਵੰਸ ਯੂਜ਼ ਟੂ ਟ੍ਰਿਮ। ਕਹਿੰਦੇ ਜਿਹੜੀ ਉਹਦੀ ਵਾਲਰਸ ਕਹਿੰਦਾ ਇੱਕ ਜਾਨਵਰ ਹੁੰਦਾ, ਉਹਦੇ ਵਰਗੀ ਮੁਸਟੈਸ਼ ਜਿਹੜੀ ਹੈ ਮੈਂ ਪਹਿਲੇ ਟ੍ਰਿਮ ਕਰਦਾ ਸੀ, ਹੁਣ ਦੇਖੋ ਕਿਵੇਂ ਲੱਗ ਰਿਹਾ। ਨਾਓ ਯੂ ਕੈਨ ਰਨ ਪਾਸ ਦ ਸ਼ੋਪ ਐਂਡ ਕਾਲ ਬੀਵਰਸ ਦੇ ਕਾਂਟ ਸੇ ਐਨੀਥਿੰਗ ਟੂ ਯੂ। ਕਹਿੰਦਾ ਹੁਣ ਤੂੰ ਐਵੇਂ ਕਰ, ਸ਼ੋਪ ਦੇ ਨਾ ਇੱਧਰੋਂ ਭੱਜ ਅਤੇ ਬੀਵਰਸ ਕਹਿ ਕੇ ਜਾਈਂ, ਉਹ ਤੈਨੂੰ ਕੁਛ ਵੀ ਨਹੀਂ ਕਹਿ ਸਕਦੇ। ਬੀਵਰਸ ਵੀ ਕਿਆ ਹੁੰਦਾ, ਇੱਕ ਅਗੇਨ ਇਟ ਇਜ਼ ਐਨ ਐਨੀਮਲ, ਇੱਕ ਇਹ ਰੋਡੈਂਟ ਹੁੰਦਾ, ਚੂਹੇ ਵਾਂਗ ਬਹੁਤ ਵੱਡਾ। I was too impetuous to a disciple of the impish Chandu to wait to deliberate. ਮੈਂ ਤਾਂ ਕਹਿੰਦਾ ਬਿਲਕੁਲ ਚੰਦੂ ਦਾ ਕੀ ਸੀ, ਇੰਪੈਚੁਅਸ ਡਿਸਾਈਪਲ, ਉਹਦਾ ਸ਼ਿਸ਼ ਸੀ। ਜਿਵੇਂ ਉਹਨੂੰ ਕਹਿਤਾ ਇੰਪੈਚੁਅਸ ਮਤਲਬ ਜਿਹੜਾ ਬਿਨਾਂ ਸੋਚੇ ਸਮਝੇ ਹੀ ਕੋਈ ਡਿਸੀਜ਼ਨ ਲੈ ਲੈਂਦਾ ਹੈ, ਤਾਂ ਮੈਂ ਤਾਂ ਚੰਦੂ ਦੇ ਸ਼ਰਾਰਤੀ ਚੰਦੂ ਦਾ ਡਿਸਾਈਪਲ ਸੀ, ਸ਼ਿਸ਼ ਸੀ। ਜਿਵੇਂ ਉਹਨੇ ਮੈਨੂੰ ਕਿਹਾ ਉਵੇਂ ਹੀ ਉਹਨੇ ਕੀਤਾ, ਉਹਦੇ ਕੋਲ ਸੋਚਣ ਦਾ ਤਾਂ ਟਾਈਮ ਹੀ ਨਹੀਂ ਸੀ। ਬੀਵਰਸ ਆਈ ਸ਼ਾਊਟਡ ਐਜ਼ ਆਈ ਰੈਨ ਪਾਸ ਦ ਸ਼ਾਪ ਟੂ ਦ Beavers, I shouted as I ran past the shop to the edge of the platform by the banyan tree. ਕਹਿੰਦਾ beavers ਕਹਿੰਦਾ ਹੋਇਆ ਮੈਂ ਉਸ ਸ਼ੌਪ ਦੇ ਅੱਗੋਂ ਭੱਜਿਆ। The peasants who were gathered round the shop burst out laughing. ਸਾਰੇ ਕਿਸਾਨ ਹੱਸਣ ਲੱਗੇ as they had apparently been itching too, for they had noticed the strong growths on the elders' faces. ਉਹ ਵੀ ਹੁਣ ਤੱਕ ਹੱਸ ਹੀ ਰਹੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਦੇ ਸਾਹੂਕਾਰ ਲੈਂਡਲੋਡ ਦੇ ਚਿਹਰਿਆਂ 'ਤੇ ਜਿਹੜੀ ਹੈ ਇਹ ਦੇਖ ਲਿਆ ਸੀ, ਉਹਨਾਂ ਦਾ ਫੇਸ ਗਰੋਥ ਹੋਈ ਪਈ ਸੀ ਜਿਹੜੀ ਦਾੜੀ ਦੀ। though they had not dared to say anything, ਪਰ ਹਾਲੇ ਤੱਕ ਉਹਨਾਂ ਦੇ ਵਿੱਚ ਕੁਝ ਕਹਿਣ ਦੀ ਹਿੰਮਤ ਨਹੀਂ ਹੋਈ ਸੀ
कैच हिम द लिटिल रग शाउटेड द साहूकार साहूकार ने बोलिया फड़ो इनू चोर नू ही इज लीग विद दैट बार्बर बॉय चंदू ये ਉਹਦੇ ਨਾਲ ਰਲਿਆ ਹੋਇਆ ਹੈ ਬਟ ਆਫ ਕੋਰਸ ਆਈ ਹੈਡ ਕਲਾਈਮਡ ਅਪ ਦ ਬਨੀਅਨ ਟਰੀ ਪਰ ਉਹ ਤਾਂ ਬਨੀਅਨ ਟਰੀ ਤੇ ਚੜ ਗਿਆ ਬਨੀਅਨ ਟਰੀ ਕਿਹੜਾ ਹੁੰਦਾ ਹੈ ਬਰਗਦ ਜਿਹਨੂੰ ਆਪਾਂ ਬੜ ਦਾ ਪੇੜ ਵੀ ਕਹਿ ਦਿੰਦੇ ਹਾਂ ਫਰੋਮ ਵਿਚ ਆਈ ਜੰਪਡ ਔਨ ਟੂ ਦ ਵਾਲ ਆਫ ਦ ਟੈਂਪਲ ਉਹਦੇ ਉੱਥੋਂ ਮੈਂ ਜੰਪ ਕਰਕੇ ਟੈਂਪਲ ਦੀ ਦੀਵਾਰ ਤੇ ਜਿਹੜਾ ਚਲਾ ਗਿਆ ਐਂਡ ਸ਼ਾਊਟਡ ਮਾਈ ਸਲੋਗਨ ਐਟ ਦ ਪ੍ਰੀਸਟ ਫਿਰ ਉਹਨੇ ਪ੍ਰੀਸਟ ਨੂੰ ਉਹੀ ਬੋਲਿਆ ਦ ਰਿਊਮਰ ਅਬਾਊਟ ਦ ਬਾਰਬਰਸ ਬॉय ਸਟ੍ਰਾਈਕ ਸਪਰੈਡ ਦ ਰਿਊਮਰ ਜਿਹੜੀ ਹੈ ਅਫਵਾਹ ਫੈਲ ਗਈ ਕਿ ਜਿਹੜਾ ਬਾਰਬਰ ਬॉय ਹੈ ਚੰਦੂ ਉਹਨੇ ਸਟ੍ਰਾਈਕ ਕਰ ਰੱਖੀ ਐਂਡ ਜੋਕਸ ਅਬਾਊਟ ਦ ਅਨਕੈਂਪਡ ਬੀਅਰਡਸ ਆਫ ਦ ਐਲਡਰਸ ਆਫ ਦ ਵਿਲੇਜ ਬਿਕੇਮ ਕਰੰਟ ਇਨ ਐਵਰੀ ਹੋਮ ਅਤੇ ਜਿਹੜੇ ਵੱਡੇ ਸੀ ਜਿਵੇਂ ਸਾਹੂਕਾਰ ਹੋ ਗਿਆ ਲੈਂਡਲੋਰਡ ਹੋ ਗਿਆ ਉਹਨਾਂ ਦੀ ਜਿਹੜੀ ਬੀਅਰਡ ਨੂੰ ਲੈ ਕੇ ਦਾੜੀ ਨੂੰ ਲੈ ਕੇ ਮਜ਼ਾਕ ਬਣਨ ਲੱਗਿਆ ਸਾਰੇ ਪਿੰਡ ਦੇ ਵਿੱਚ even those who were of high caste even the members of the families of the elders began to giggle with laughter ਉਹਨਾਂ ਦੇ ਘਰ ਦੇ ਲੋਕ ਵੀ ਉਹਨਾਂ ਦੇ ਕਾਸਟ ਦੇ ਲੋਕ ਵੀ ਸਭ ਉਹਨਾਂ 'ਤੇ ਹੱਸਣ ਲੱਗੇ with laughter at the shabby appearance of the great ones ਉਹ ਸਾਰਿਆਂ ਦੀ ਜਿਹੜੀ ਅਪੀਅਰੈਂਸ ਹੈ ਦੇਖਣ 'ਚ ਬਹੁਤ ਸ਼ੈਬੀ ਲੱਗ ਰਹੀ ਸੀ ਗੰਦੇ ਲੱਗ ਰਹੇ ਸੀ ਐਂਡ ਮੇਡ ਰੂਡ ਰਿਮਾਰਕਸ ਅਬਾਊਟ ਦੇਅਰ ਪਰਸਨਸ ਅਤੇ ਉਹਨਾਂ ਦੇ ਬਾਰੇ ਲੋਕ ਰਿਮਾਰਕਸ ਗਲਤ ਕਮੈਂਟ ਵੀ ਕਰਨ ਲੱਗੇ ਐਂਡ ਇਟ ਵਾਜ਼ ਸੈਡ ਦੈਟ ਐਟਲੀਸਟ ਦ ਲੈਂਡਲੋਰਡਸ ਵਾਈਫ ਥ੍ਰੈਟਨ ਟੂ ਰਨ ਅਵੇ ਵਿਦ ਸਮਬਡੀ ਕਿਸੇ ਨੇ ਇਹ ਮਜ਼ਾਕ ਕੀਤਾ ਕਿ ਜਿਹੜੀ ਲੈਂਡਲੋਰਡ ਦੀ ਵਾਈਫ ਹੈ ਉਹ ਕਿਸੇ ਨਾਲ ਭੱਜ ਜਾਏਗੀ ਬਿਕੋਜ਼ ਬੀਂਗ ਯੰਗਰ ਦੈਨ ਹਰ ਹਸਬੈਂਡ ਬਾਈ 20 ਈਅਰਸ ਕਿਉਂਕਿ ਉਹ ਆਪਣੇ ਹਸਬੈਂਡ ਤੋਂ 20 ਸਾਲ ਛੋਟੀ ਹੈ ਸ਼ੀ ਹੈਡ ਬੋਰਨ ਵਿਦ ਹਿਮ ਐਜ਼ ਲੌਂਗ ਐਜ਼ ਹੀ ਕੈਪਟ ਹਿਮਸੈਲਫ ਇਨ ਟ੍ਰਿਮ ਉਹ ਹੁਣ ਤੱਕ ਤਾਂ ਉਹਦੇ ਨਾਲ ਰਹਿ ਰਹੀ ਸੀ ਕਿਉਂਕਿ ਉਹਨੇ ਆਪਣੇ ਆਪ ਨੂੰ ਟ੍ਰਿਮ ਰੱਖਿਆ ਹੋਇਆ ਸੀ ਮਤਲਬ ਦਾੜੀ ਵਗੈਰਾ ਨਹੀਂ ਰੱਖੀ ਹੋਈ ਸੀ ਬਟ ਨਾਓ ਵਾਜ਼ ਨਾਓ ਡਿਸਗਸਟਿਡ ਵਿਦ ਹਿਮ ਪਰ ਹੁਣ ਉਹਦੇ ਤੋਂ ਡਿਸਗਸਟਿਡ ਮਤਲਬ ਉਹਨੂੰ ਗੰਦਾ ਲੱਗਣ ਲੱਗ ਗਿਆ ਬਿਯੋਂਡ ਦ ਲਿਮਿਟਸ ਆਫ ਰੀਕਨਸੀਲੀਏਸ਼ਨ ਹੁਣ ਉਹਦੇ ਨਾਲ ਨਹੀਂ ਰਹਿ ਸਕਦੀ ਕੋਈ ਸਮਝੌਤਾ ਨਹੀਂ ਕਰ ਸਕਦੀ ਤਾਂ ਉਹ ਭੱਜ ਗਈ ਚੰਦੂ ਡਿਡ ਗੁੱਡ ਬਿਜ਼ਨਸ ਇਨ ਟਾਊਨ ਇੱਧਰ ਇਹ ਰਿਊਮਰਸ ਚੱਲ ਰਹੀਆਂ ਨੇ ਅਫਵਾਹਾਂ ਚੱਲ ਰਹੀਆਂ ਨੇ ਪਿੰਡ ਦਾ ਸੀਨ ਹੈ ਦਿਸ ਇਜ਼ ਦ ਸੀਨ ਆਫ ਦ ਵਿਲੇਜ ਐਂਡ ਔਨ ਦ ਅਦਰ ਸਾਈਡ ਚੰਦੂ ਇਜ਼ ਡੂਇੰਗ ਅ ਬ੍ਰਿਸਕ ਬਿਜ਼ਨਸ ਇਨ ਟਾਊਨ ਡਿਊਰਿੰਗ ਦੀਸ ਡੇਜ਼ ਐਂਡ ਸੇਵ ਮਨੀ ਅਤੇ ਉਹ ਪੈਸੇ ਵੀ ਜੋੜ ਰਿਹਾ even though he bought new clothes and new tools for himself ਉਹਨੇ ਆਪਣੇ ਵਾਸਤੇ ਨਵੇਂ ਕੱਪੜੇ ਖਰੀਦੇ ਨਵੇਂ ਟੂਲਸ ਖਰੀਦੇ and gave me various presents ਅਤੇ ਮੈਨੂੰ ਬਹੁਤ ਸਾਰੇ ਪ੍ਰੈਜ਼ੈਂਟ ਦਿੱਤੇ the village elders threatened to have him sent to prison for his offences ਜਿਹੜੇ ਪਿੰਡ ਦੇ ਐਲਡਰ ਸੀ ਜਿਹੜੇ ਵੱਡੇ ਸੀ ਉਹਨਾਂ ਨੇ ਕਿਹਾ ਕਿ ਉਹਨੂੰ ਜੇਲ੍ਹ 'ਚ ਭੇਜ ਦੇਣਗੇ ਉਹਦੇ ਇਹਨਾਂ ਕੰਮਾਂ ਕਰਕੇ ਐਂਡ ਆਰਡਰਡ ਹਿਜ਼ ਮਦਰ ਟੂ ਫੋਰਸ ਹਿਮ ਟੂ obey ਬਿਫੋਰ ਦੇ ਕਮਿਟਡ ਹਿਮ ਟੂ ਦ ਪੁਲਿਸ ਫॉर ਅ ਬ੍ਰੀਚ ਆਫ ਦ ਪੀਸ ਉਹਨਾਂ ਨੇ ਉਹਦੀ ਮਾਂ ਨੂੰ ਵੀ ਕਿਹਾ ਕਿ ਉਹਨੂੰ ਸਮਝਾਵੇ ਕਿ ਉਹ ਮੰਨ ਜਾਵੇ ਨਹੀਂ ਤਾਂ ਉਹਨੂੰ ਜੇਲ੍ਹ 'ਚ ਭੇਜ ਦੇਣਗੇ ਕਿਉਂਕਿ ਉਹ ਜਿਹੜੇ ਪਿੰਡ ਦੀ ਸ਼ਾਂਤੀ ਖਰਾਬ ਕਰ ਰਿਹਾ ਬਟ ਚੰਦੂ's mother had for the first time in her life touched the edge of prosperity ਪਰ ਚੰਦੂ ਦੀ ਮਾਂ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਪ੍ਰੋਸਪੈਰਿਟੀ ਖੁਸ਼ਹਾਲੀ ਪੈਸਾ ਦੇਖਿਆ ਸੀ ਐਂਡ ਸ਼ੀ ਟੋਲਡ them all what she thought of them in a language even plainer than that in which she had always addressed them ਉਹਨੇ ਤਾਂ ਉਹਨਾਂ ਨੂੰ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਉਹਨੇ ਅੱਜ ਤੱਕ ਉਹਨੂੰ ਨਹੀਂ ਬੋਲਿਆ ਸੀ ਉਹ ਵੀ ਬੋਲਿਆ ਦੈਨ ਦੇ ਥੋਟ ਆਫ ਗੈਟਿੰਗ ਦ ਬਾਰਬਰ ਆਫ ਵੇਰਕਾ ਟੂ ਕਮ ਫਿਰ ਉਹਨਾਂ ਨੇ ਸੋਚਿਆ ਕਿ ਅਸੀਂ ਨਾਲ ਦੇ ਪਿੰਡ ਦਾ ਹੈ ਬਾਰਬਰ ਵੇਰਕਾ ਪਿੰਡ ਦਾ ਉਹਨੂੰ ਬੁਲਾ ਲਈਏ ਐਂਡ ਅਟੈਂਡ ਦੈਮ ਵੀ ਸਾਨੂੰ ਆ ਕੇ ਅਟੈਂਡ ਕਰੇ ਐਂਡ ਆਫਰਡ ਹਿਮ ਐਨ ਆਨਾ ਇੰਸਟੈਡ ਆਫ 2 ਪਾਈਸ ਕਿ ਅਸੀਂ ਉਹਨੂੰ 2 ਪੈਸੇ ਦੀ ਬਜਾਏ ਇੱਕ ਆਨਾ ਦੀ ਬਜਾਏ 2 ਪੈਸੇ ਦੇਵਾਂਗੇ ਦੈਟ ਯੂਜਲੀ ਪੇਡ ਟੂ ਚੰਦੂ ਕਿ ਜੋ ਕਿ ਉਹ ਚੰਦੂ ਨੂੰ ਦਿੰਦੇ ਸੀ ਉਸ ਤੋਂ ਡਬਲ ਪੈਸੇ ਉਹਨੂੰ ਦੇਣਗੇ ਚੰਦੂ ਹਾਊਐਵਰ ਹੈਡ ਕਨਸੀਵਡ ਅ ਨਿਊ ਨੋਸ਼ਨ ਦਿਸ ਟਾਈਮ ਚੰਦੂ ਨੇ ਜਦਕਿ ਇਸ ਸਮੇਂ ਕੋਈ ਨਵਾਂ ਵਿਚਾਰ ਉਹਦੇ ਮਨ 'ਚ ਆ ਗਿਆ ਸੀ ਨਿਊਅਰ ਦੈਨ ਦੋਜ਼ ਹੀ ਹੈਡ ਐਵਰ ਥੋਟ ਆਫ ਬਿਫੋਰ ਮਤਲਬ ਜਿਹੜਾ ਅੱਜ ਤੱਕ ਉਹਨੇ ਸੋਚਿਆ ਸੀ ਉਸ ਤੋਂ ਵੀ ਨਵਾਂ ਹੈਵਿੰਗ ਸੀਨ ਦ ਸ਼ੋਪ ਆਫ ਨਿਰੰਜਨ ਦਾਸ ਜਦੋਂ ਉਹਨੇ ਸ਼ੋਪ ਦੇਖੀ ਨਿਰੰਜਨ ਦਾਸ ਦੀ ਦ ਬਾਰਬਰ ਆਫ ਦ ਟਾਊਨ ਪਿੰਡ ਜਿਹੜਾ ਸ਼ਹਿਰ ਦਾ ਬਾਰਬਰ ਸੀ ਨਾਈ ਸੀ ਹੀ ਹੈਡ ਅਪਲਾਈਡ ਹਿਜ਼ ਬ੍ਰੇਨ ਟੂ ਦ ਸਕੀਮ ਆਫ ਓਪਨਿੰਗ ਅ ਸ਼ੋਪ ਔਨ ਦ ਵੇ ਸਾਈਡ ਐਟ ਦ ਹੈਡ ਆਫ ਦ ਬਾਜ਼ਾਰ ਇਨ ਪਾਰਟਨਰਸ਼ਿਪ ਵਿਦ ਹਿਜ਼ ਕਜ਼ਨ ਦ ਬਾਰਬਰ ਆਫ ਵੇਰਕਾ ਉਹਨੇ ਕਿਹਾ ਕਿ ਉਹਦੇ ਦਿਮਾਗ 'ਚ ਇਹ ਖਿਆਲ ਆਇਆ ਕਿ ਕਿਉਂ ਨਾ ਮੈਂ ਵੀ ਆਪਣੇ ਕਜ਼ਨ ਦੇ ਨਾਲ ਜਿਹੜਾ ਉਹਦਾ ਕਜ਼ਨ ਹੈ ਬਾਰਬਰ ਹੈ ਵੇਰਕਾ ਦਾ ਦੂਜੇ ਪਿੰਡ ਦਾ ਜਿਹੜਾ ਬਾਰਬਰ ਹੈ ਜਿਹਨੂੰ ਦੂਜੇ ਲੋਕ ਬੁਲਾਉਣ ਦੀ ਸੋਚ ਰਹੇ ਨੇ ਉਹਦਾ ਕਜ਼ਨ ਹੈ ਉਹਦੇ ਨਾਲ ਰਲ ਕੇ ਮੈਂ ਵੀ ਇੱਕ ਸ਼ੋਪ ਖੋਲ੍ਹਣਾ ਐਟ ਦ ਹੈਡ ਆਫ ਦ ਬਾਜ਼ਾਰ ਦੇ ਕੋਲ ਐਂਡ ਵਿਦ ਧੰਨੂ ਐਂਡ ਅਦਰ ਬਾਰਬਰਸ ਵਿਦ ਇਨ ਰੇਂਜ ਆਫ 7 ਮਾਈਲਸ ਫਰੋਮ ਹਿਜ਼ ਵਿਲੇਜ ਇੱਕ ਧੰਨੂ ਹੋ ਜਾਏਗਾ ਇੱਕ ਜਿਹੜੇ 7 ਮੀਲ ਦੇ ਅੰਦਰ ਅੰਦਰ ਜਿੰਨੇ ਵੀ ਬਾਰਬਰ ਨੇ ਅਸੀਂ ਰਲ ਕੇ ਇੱਕ ਸ਼ੋਪ ਖੋਲ੍ਹੀਏ ਹੀ ਪ੍ਰਪੋਜ਼ ਹਿਜ਼ ਨਿਊ ਆਈਡੀਆ ਟੂ ਹਿਜ਼ ਕਜ਼ਨ ਐਂਡ ਧੰਨੂ ਐਂਡ ਆਲ ਅਦਰ ਬਾਰਬਰਸ ਐਟ ਅ ਸਪੈਸ਼ਲ ਮੀਟਿੰਗ ਆਫ ਹਿਜ਼ ਕਰਾਫਟ ਹੀ ਪ੍ਰਪੋਜ਼ ਨੇ ਜਿਹੜਾ ਹੈ ਆਪਣੀ ਨਵਾਂ ਆਈਡੀਆ ਜਿਹੜਾ ਹੈ ਸਭ ਨੂੰ ਦੱਸਿਆ ਐਂਡ ਬਾਏ ਦ ਗਿਫਟ ਆਫ ਦ ਗੈਪ ਵਿਚ ਹੀ ਹੈਡ ਉਹਨੂੰ ਗਿਫਟ ਆਫ ਗੈਪ ਤਾਂ ਉਹਦੇ ਕੋਲ ਸੀ ਬੋਲਣ ਦੇ ਵਿੱਚ ਤਾਂ ਉਹ ਮਾਹਿਰ ਹੀ ਸੀ beside his other qualities of head and heart ਉਹਦੇ 'ਚ ਹੋਰ ਵੀ ਕੁਆਲਿਟੀਜ਼ ਸੀ he convinced them all that it was time that the elders of the village came to them to be shaved rather than that they should dance attendance upon their lords and masters ਕਹਿੰਦੇ ਹੁਣ ਇਹ ਸਹੀ ਟਾਈਮ ਹੈ ਜਦੋਂ ਪਿੰਡ ਦੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਬਜਾਏ ਕਿ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਸੇਵਾ ਕਰੀਏ
Rajkot District Barber Brothers Hairdressing and Shaving Salon has been followed by many other active trade unions of working men in our parts। ਉਸੇ ਦਿਨ ਤੋਂ ਜਿਹੜਾ ਉਹਨਾਂ ਨੇ ਆਪਣੀ ਇੱਕ ਟ੍ਰੇਡ ਯੂਨੀਅਨ ਬਣਾਈ ਜਿਹਦਾ ਨਾਮ ਰੱਖਿਆ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਸ ਹੇਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ। ਇਹ ਉਹਨਾਂ ਨੇ ਆਪਣਾ ਸਲੂਨ ਬਣਾਇਆ। ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਤੋਂ ਬਾਅਦ ਕਈ ਆਪਣੀ ਯੂਨੀਅਨਸ ਬਣਾਈਆਂ ਤੇ ਐਂਡ ਆਫ ਵਰਕਿੰਗ ਮੈਨ ਇਨ ਆਵਰ ਪਾਰਟਸ, ਬਹੁਤ ਸਾਰੇ ਪਾਰਟਸ ਦੇ ਵਿੱਚ ਅਲੱਗ-ਅਲੱਗ ਦੇਸ਼ ਦੇ ਕਈ ਭਾਗਾਂ ਦੇ ਵਿੱਚ। ਤਾਂ ਹੇਅਰ ਵੀ ਕਮ ਟੂ ਦ ਐਂਡ ਆਫ ਦਿਸ ਚੈਪਟਰ। ਸੋ ਯੂ ਹੈਵ ਸੀਨ ਹਾਊ ਚੰਦੂ ਚੇਂਜ ਦ ਟੋਟਲ ਸਿਨੈਰੀਓ ਆਫ ਦੈਟ ਟਾਈਮ। ਉਹਨੇ ਕਿਸ ਤਰ੍ਹਾਂ ਪੂਰੀ ਸਿਚੁਏਸ਼ਨ ਨੂੰ ਹੀ ਬਦਲ ਦਿੱਤਾ। ਕਿੱਥੇ ਤਾਂ ਜਿਹੜਾ ਹੈ ਛੋਟੀ ਜਾਤ ਦੇ ਲੋਕਾਂ ਦੇ ਘਰ ਘਰ ਜਾ ਕੇ ਜਿਹੜਾ ਹੈ ਉਹਨਾਂ ਦਾ ਕੰਮ ਕਰਦੇ ਸੀ ਅਤੇ ਫਿਰ ਵੀ ਉਹਨਾਂ ਨੂੰ ਰਿਸਪੈਕਟ ਨਹੀਂ ਮਿਲਦੀ ਸੀ। ਬਟ ਚੰਦੂ ਜਿਹੜਾ ਹੈ ਚੇਂਜ ਦ ਟੋਟਲ ਸਿਚੁਏਸ਼ਨ ਇਨਟੂ ਅ ਟੋਟਲੀ ਡਿਫਰੈਂਟ ਵਨ। ਉਹਨੇ ਜਿਹੜਾ ਇੱਕ ਸ਼ੌਪ ਖੋਲ੍ਹੀ, ਬਾਕੀਆਂ ਨੂੰ ਵੀ ਆਪਣੇ ਨਾਲ ਲਾਇਆ। ਹੀ ਕਨਵਿੰਸਡ ਅਦਰ ਪੀਪਲ ਅਤੇ ਲੋਕਾਂ ਨੂੰ ਆਪਣੇ ਕੋਲ ਆਉਣ ਵਾਸਤੇ ਮਜਬੂਰ ਕੀਤਾ। ਐਂਡ ਹੀ ਮੇਡ ਅ ਪਲੇਸ ਫॉर ਹਿਮਸੈਲਫ ਇਨ ਦ ਸੁਸਾਇਟੀ। ਸੋ ਹੇਅਰ ਵੀ ਕਮ ਟੂ ਦਿਸ end of this chapter, and I hope you understand this chapter, and we will see you, I will see you in the next video, and we will discuss the questions of this chapter. Till then, stay tuned and thanks for watching.